my dear masters and my dear gods, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਅੱਜ ਅਸੀਂ 20th ਵੀਕ ਹੈ ਸਾਡਾ 20ਵਾਂ ਹਫਤਾ ਔਰ ਐਕਸਪੈਂਡਿੰਗ ਕਮਿਊਨੀਕੇਸ਼ਨ ਟੂ ਆਲ ਲਾਈਫ ਜਿਹੜਾ ਸਾਡਾ ਵਾਰਤਾਲਾਪ ਹੈ ਸਾਰੇ ਜੀਵਨ ਦੇ ਨਾਲ ਕਿਸ ਤਰ੍ਹਾਂ ਕਰਨਾ ਹੈ, ਇਸ ਨੂੰ ਵਧਾਉਣਾ ਕਿਸ ਤਰ੍ਹਾਂ ਹੈ, ਇਸ ਨੂੰ ਐਕਸਪੈਂਡ ਕਿਸ ਤਰ੍ਹਾਂ ਕਰਨਾ ਹੈ, ਇਸ ਦੇ ਬਾਰੇ ਅੱਜ ਅਸੀਂ ਇਸ ਚੈਪਟਰ ਦੇ ਵਿੱਚ ਜਾਣਨ ਵਾਲੇ ਹਾਂ। ਅਸੀਂ ਇਸ ਹਫਤੇ ਕੀ ਸਿੱਖਾਂਗੇ ਕਿ ਜਿਹੜਾ ਸਾਡਾ ਕਨੈਕਸ਼ਨ ਹੈ, ਅਸੀਂ ਪਹਿਲੇ ਹਫਤੇ ਸਟਾਰਟਿੰਗ ਇੱਥੋਂ ਕੀਤਾ ਕਿ ਸਾਡਾ ਕਨੈਕਸ਼ਨ ਪੂਰੇ ਯੂਨੀਵਰਸ ਦੇ ਵਿੱਚ ਹਰ ਕਿਸੇ ਦੇ ਨਾਲ ਔਰ ਹਰ ਵਸਤੂ ਦੇ ਨਾਲ, ਲਿਵਿੰਗ ਔਰ ਨਾਨ ਲਿਵਿੰਗ ਥਿੰਗਸ, ਸਾਡਾ ਹਰ ਇੱਕ ਦੇ ਨਾਲ ਕਨੈਕਸ਼ਨ ਹੈ। ਅਸੀਂ ਇਹ ਵੀ ਸਮਝ ਲਿਆ ਸੀ ਕਿ ਜਿਹੜਾ ਲਵ ਹੈ, ਜਿਹੜਾ ਪਿਆਰ ਜੋ ਹੈ, ਉਹ ਮੇਨ ਬੇਸ ਹੈ ਉਹ ਹਰ ਚੀਜ਼ ਦਾ। ਜੋ ਕੁਝ ਵੀ ਸ੍ਰਿਸ਼ਟੀ ਦੇ ਉੱਤੇ ਦਿਖ ਰਿਹਾ ਹੈ, ਇਸ ਬ੍ਰਹਮਾਂਡ ਦੇ ਵਿੱਚ ਜੋ ਕੁਝ ਵੀ ਦਿਖ ਰਿਹਾ ਹੈ, ਪਿਆਰ ਉਸਦਾ ਬੇਸ ਹੈ। ਔਰ ਜਿਹੜਾ ਮਾਡਰਨ ਫਿਜ਼ਿਕਸ ਆਇਨਸਟਾਈਨ ਦੀ, ਔਰ ਅਸੀਂ ਜੇਕਰ ਅਸੀਂ ਪੜ੍ਹੀਏਗੇ ਉਹਦੇ ਵਿੱਚ ਆਇਨਸਟਾਈਨ ਨੇ ਜਿਹੜਾ ਨਾਮ ਦਿੱਤਾ ਸੀਗਾ ਯੂਨੀਫਾਈਡ ਫੀਲਡ ਕਰਕੇ, ਉਹ ਯੂਨੀਫਾਈਡ ਫੀਲਡ ਕੀ ਹੈ? ਲਵ, ਪਿਆਰ। ਫਿਰ ਕਹਿੰਦੇ ਨੇ ਕਿ ਜਿਹੜਾ ਵੀ ਸੈੱਲ ਦੇ ਅਸੀਂ ਕਰੀਏ ਐਟਮਸ, ਨਿਊਟਰੋਨ, ਪ੍ਰੋਟੋਨ, ਜਿਤਨਾ ਵੀ ਅਸੀਂ ਛੋਟੇ ਤੋਂ ਛੋਟੇ ਇੱਕ ਐਟਮ ਦੇ ਅਸੀਂ ਹਿੱਸੇ ਕਰੀ ਜਾਵਾਂਗੇ, ਐਂਡ ਤੱਕ ਸਾਨੂੰ ਐਂਡ ਰਿਜ਼ਲਟ ਕੀ ਨਿਕਲੇਗਾ ਕਿ ਹਰ ਪਾਰਟੀਕਲ, ਛੋਟੇ ਤੋਂ ਛੋਟਾ એનર્ਜੀ ਦਾ ਪਾਰਟੀਕਲ ਕਿਹਦੇ ਨਾਲ ਹੈਗਾ? ਪਿਆਰ ਦੇ ਨਾਲ ਬਣਿਆ ਹੋਇਆ ਹੈ। ਔਰ ਦੇਅਰਫੋਰ ਇਸ ਕਰਕੇ ਹਰ ਚੀਜ਼ ਕਿਉਂਕਿ ਪਿਆਰ ਨਾਲ ਬਣੀ, ਫਿਜ਼ਿਕਸ ਦੇ ਵਿੱਚ ਵੀ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ ਹੁਣ ਕਿ ਲਵ એનર્ਜੀ ਦੇ ਨਾਲ ਹਰ ਚੀਜ਼ ਜੁੜੀ ਹੋਈ ਹੈ। ਤੇ ਇਹਦਾ ਮਤਲਬ ਹੋ ਗਿਆ ਹਰ ਚੀਜ਼ ਜੋ ਸਾਨੂੰ ਦਿਖਾਈ ਦੇ ਰਹੀ ਹੈ ਉਹ ਸੇਮ ਹੈ, ਇੱਕ ਚੀਜ਼ ਦੇ ਨਾਲ ਜੁੜੀ ਸੇਮ ਹੈ। ਹੁਣ ਜਿਸ ਤਰ੍ਹਾਂ ਇੱਕ ਸਿੰਗਲ ਇੰਗਰੀਡੀਐਂਟ ਦੇ, ਇੱਕ ਸਿੰਗਲ ਚੀਜ਼ ਦੇ ਅਸੀਂ ਅਲੱਗ-ਅਲੱਗ ਐਕਸਪ੍ਰੈਸ਼ਨਸ, ਇੱਕ ਅਭਿਵਿਅਕਤੀ ਦੇਖ ਸਕਦੇ ਹਾਂ। ਇੱਕ ਸਿੰਗਲ ਚੀਜ਼ ਤੋਂ ਅਸੀਂ ਅਲੱਗ-ਅਲੱਗ ਚੀਜ਼ਾਂ ਦੇਖ ਸਕਦੇ। ਜਿਸ ਤਰ੍ਹਾਂ ਸੋਨਾ ਹੈ, ਤਾਂ ਸੋਨਾ ਕਾਮਨ ਧਾਤੂ ਹੈ, ਸੋਨੇ ਦੇ ਵਿੱਚੋਂ ਹਾਰ ਵੀ ਬਣ ਜਾਂਦਾ, ਸੋਨੇ ਦੇ ਵਿੱਚੋਂ ਰਿੰਗ ਬਣ ਜਾਂਦੀ, ਕਿੰਨਾ ਕੁਝ ਸੋਨੇ ਦਾ ਬਣ ਜਾਂਦਾ ਹੈ। ਲੇਕਿਨ ਅਗਰ ਅਸੀਂ ਵੈਸੇ ਦੇਖਾਂਗੇ, ਹਾਰ ਹੈ, ਝੁਮਕਾ ਹੈ, ਬ੍ਰੈਸਲੇਟ ਹੈ, ਜੋ ਕੁਝ ਵੀ, ਪਾਇਲ, ਜੋ ਵੀ ਅਸੀਂ ਨਾਮ ਦੇ ਦਈਏ, ਰਿੰਗ ਹੈ, ਅਲੱਗ-ਅਲੱਗ ਅਸੀਂ ਜੇਵਰ ਦਾ ਨਾਮ ਦੇ ਸਕਾਂਗੇ, ਲੇਕਿਨ ਬੇਸਿਕ ਉਹਦੇ ਅੰਦਰ ਕੀ ਹੈ? ਸੋਨਾ ਧਾਤੂ। ਠੀਕ ਇਸੇ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਜੋ ਕੁਝ ਵੀ ਸਾਨੂੰ ਦਿਖਾਈ ਦੇ ਰਿਹਾ ਹੈ ਇਸ ਧਰਤੀ ਦੇ ਉੱਤੇ, ਇਸ ਯੂਨੀਵਰਸ ਦੇ ਵਿੱਚ, ਇਸ ਬ੍ਰਹਮਾਂਡ ਦੇ ਵਿੱਚ, ਚਾਹੇ ਉਹ ਪੱਥਰ ਨੇ, ਵੱਡੇ ਵੱਡੇ ਪੱਥਰ, ਛੋਟੇ ਪੱਥਰ ਨੇ, ਚਾਹੇ ਪੇੜ ਪੌਦੇ ਨੇ, ਚਾਹੇ ਸਕੁਇਰਲ ਨੇ, ਚਾਹੇ ਜਿਹੜੀ ਕਾਈ ਜੰਮੀ ਹੁੰਦੀ ਹੈ, ਜਾਂ ਸਮੁੰਦਰ ਦੇ ਨੀਚੇ ਜੋ ਹੈਗੇ ਨੇ ਕੋਰਲਸ ਵਗੈਰਾ, ਜੋ ਕੁਝ ਵੀ, ਉਹ ਸਾਰੀਆਂ ਚੀਜ਼ਾਂ, ਨਦੀਆਂ, ਬੱਦਲ, ਕੁੱਤੇ ਔਰ ਆਟੋਮੋਬਾਈਲ, ਜਿਹਨੂੰ ਅਸੀਂ ਕਹਿੰਦੇ ਨਾ ਕਿ ਸਾਡੀ ਗੱਡੀਆਂ, ਜਿੰਨੀਆਂ ਵੀ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਕੀ ਨੇ? ਬੇਸਿਕਲੀ ਇਹ ਸਾਰੀਆਂ ਚੀਜ਼ਾਂ ਸੇਮ ਨੇ। ਦੇਖੋ, ਇੱਕ ਵਾਰੀ ਤਾਂ ਬੰਦੇ ਨੂੰ ਝਟਕਾ ਲੱਗ ਜਾਂਦਾ ਨਾ ਕਿ ਬਈ ਚਲੋ ਪਸ਼ੂ ਪਕਸ਼ੀਆਂ ਤੱਕ ਤੋਂ ਠੀਕ ਹੈ, ਜਾਨਵਰਾਂ ਤੱਕ ਵੀ ਠੀਕ ਹੈ, ਇੱਥੋਂ ਤੱਕਨ ਵੀ ਠੀਕ ਹੈ ਕਿ ਚਲੋ ਬਈ ਪੇੜ ਪੌਦਿਆਂ ਤੱਕ ਵੀ ਅਸੀਂ ਸਮਝ ਲੈਂਦੇ ਹਾਂ। ਲੇਕਿਨ ਹੁਣ ਇਹ ਤਾਂ ਕਹਿ ਰਹੇ ਨੇ ਕਿ ਸਾਰਾ ਆਟੋਮੋਬਾਈਲ, ਪੱਥਰ ਜਗਤ ਜਿਹਨੂੰ ਅਸੀਂ ਕਹਿੰਦੇ ਹਾਂ, ਜਿਸ ਤਰ੍ਹਾਂ ਮੈਂ ਪੱਥਰ ਪਿਆ, ਤਾਂ ਇਹਦੇ ਅੰਦਰ ਵੀ ਉਹ ਸਾਰੀਆਂ ਕੁਆਲਿਟੀਜ਼ ਨੇ। ਤਾਂ ਇੱਕ ਟਾਈਮ ਥੋੜਾ ਜਿੰਨਾ ਬੰਦਾ ਹਿਲ ਜਾਂਦਾ ਹੈ, ਲੇਕਿਨ ਕਹਿੰਦੇ ਨੇ ਦਿਖਣ ਦੇ ਵਿੱਚ ਅਲੱਗ ਨੇ, ਸਾਰਾ ਕੁਝ ਅਲੱਗ ਲੱਗ ਰਿਹਾ, ਲੇਕਿਨ ਫੰਡਾਮੈਂਟਲੀ, ਬੇਸਿਕ ਤੌਰ ਤੇ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਨੇ। ਇਹਦੇ ਚ ਉਹਨਾਂ ਨੇ ਐਗਜ਼ਾਮਪਲ ਦਿੱਤਾ ਹੈ ਕਿ ਅਗਰ ਮਿੱਟੀ ਦੇ ਵਿੱਚੋਂ ਇੱਕ ਮਿੱਟੀ ਦਾ ਭਾਂਡਾ ਹੈ, ਕੜਾ ਹੈ, ਔਰ ਇੱਕ ਸ਼ੇਰ ਬਣਾਇਆ ਦਾ ਹੈ, ਤਾਂ ਅਸੀਂ ਜਦੋਂ ਕਹਾਂਗੇ ਕਿਤੇ ਕਹਾਂਗੇ ਨਹੀਂ ਇਹ ਸ਼ੇਰ ਹੈ, ਇਹ ਕੜਾ ਹੈ। ਲੇਕਿਨ ਅਗਰ ਅਸੀਂ ਦੇਖਾਂਗੇ ਤਾਂ ਮਿੱਟੀ, ਜਿਸ ਮਿੱਟੀ ਦੇ ਨਾਲ ਬਣਿਆ ਹੈ ਕੜਾ, ਉਹ ਵੀ ਮਿੱਟੀ ਸੇਮ ਹੈ, ਔਰ ਜਿਸ ਮਿੱਟੀ ਦੇ ਨਾਲ ਸ਼ੇਰ ਬਣਿਆ ਉਹ ਮਿੱਟੀ ਵੀ ਸੇਮ ਹੈ। ਜਦੋਂ ਅਸੀਂ ਮਿੱਟੀ ਦੇ ਕਰਤੇ ਦੇਖਦੇ ਹਾਂ ਚੀਜ਼ਾਂ ਨੂੰ, ਤਾਂ ਦੋਨੋਂ ਚੀਜ਼ਾਂ ਸੇਮ ਨੇ। ਅਦਰਵਾਈਜ਼ ਦੋਨਾਂ ਦਾ ਐਕਸਪ੍ਰੈਸ਼ਨਸ, ਦੋਨਾਂ ਦੀ ਅਭਿਵਿਅਕਤੀ ਬਿਲਕੁਲ ਅਲੱਗ ਹੈ, ਪੇੜ ਦੀ ਸੌਰੀ ਬਰਤਨ ਦੀ, ਘੜੇ ਦੀ ਔਰ ਸ਼ੇਰ ਦੀ। ਔਰ ਠੀਕ ਇਸੇ ਤਰੀਕੇ ਨਾਲ ਅਸੀਂ ਜਿਸ ਕ੍ਰੀਏਸ਼ਨ ਦੇ ਵਿੱਚ ਰਹਿ ਰਹੇ ਹਾਂ, ਅਸੀਂ ਜਿਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ, ਹਰ ਇੱਕ ਚੀਜ਼ ਉਹ ਬੜੀ ਸਾਦਗੀ ਹੈ ਉਹਦੇ ਅੰਦਰ,
और एक यूनिक एक्सप्रेशन है, एक सादगी भी है और एक अलगाव भी है, एक अलग जिन्होंने कहते हैं ना कि यूनिकनेस, एक अलबेलापन और बिल्कुल जिसਨੂੰ कहते हैं यस बिल्कुल अनोखा अपने आप ਦੇ ਵਿੱਚ ਸਾਦਾ ਵੀ ਹੈ और अनोखा भी है क्योंकि सब तो पहली चीज ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜੀਆਂ ਵੀ ਚੀਜ਼ਾਂ ਨੇ ਇੱਥੇ ਬਣੀਆਂ ਹੋਈਆਂ ਉਹ ਸਾਰੀਆਂ ਕੁਆਲਿਟੀਆਂ ਪਿਆਰ ਦੀਆਂ ਜਿਹੜੀਆਂ ਕੁਆਲਿਟੀਆਂ ਨੇ ਉਹਨਾਂ ਸਾਰੀਆਂ ਡਿਫਰੈਂਟ ਕੁਆਲਿਟੀਆਂ ਦੇ ਨਾਲ ਉਹ ਚੀਜ਼ਾਂ ਬਣੀਆਂ ਨੇ ਜੋ ਵੀ ਸਾਨੂੰ ਸ੍ਰਿਸ਼ਟੀ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਔਰ ਇਹਦੇ ਵਿੱਚ ਹਰ ਚੀਜ਼ ਆਂਦੀ ਹੈ सिर्फ ह्यूमन जाति नहीं है, मानव जाति नहीं आती है, हर चीज इस आ जाती है यानी प्यार दे डिफरेंट जड़ियां क्वालिटीज ने उन्हां सारियां क्वालिटीज दे नाल इस सृष्टि दी हर चीज बनी हुई है। परमात्मा की चीज है, कुछ भी नहीं है प्यार तो अलावा। परमात्मा प्रेम ही है, प्रेम तो अलावा कुछ भी नहीं है। हुण एक इस चीज तो जोड़ा एक बेसिक ट्रुथ ਜਿਹੜਾ फंडामेंटल ट्रुथ ਜਿਹੜਾ ਸਾਨੂੰ ਸਮਝ ਆਂਦਾ ਹੈ ਮੇਨ ਉਹ ਕੀ ਆਂਦਾ ਪਹਿਲਾ ਕਿ ਹਰ ਇੱਕ ਦੇ ਅੰਦਰ ਪਰਮਾਤਮਾ ਦੇ ਸਾਰੇ ਗੁਣ ਨੇ, ਹਰ ਇੱਕ ਚੀਜ਼ ਦੇ ਅੰਦਰ ਪਰਮਾਤਮਾ ਦੀ ਸਾਰੀਆਂ ਕੁਆਲਿਟੀਆਂ ਹੈਗੀਆਂ ਨੇ। ਦੂਸਰਾ ਹਰ ਚੀਜ਼ ਹੋਸ਼ਪੂਰਵਕ ਸਜਗਤਾ ਦੇ ਨਾਲ ਇੱਕ ਦੂਸਰੇ ਦੇ ਨਾਲ ਜੁੜੀ ਹੋਈ ਹੈ, ਯਾਨੀ ਹੋਸ਼ ਚਾਹੀਦੀ ਹੈ, ਅਵੇਅਰਨੈਸ ਚਾਹੀਦੀ ਹੈ, ਜਾਗਰੂਕਤਾ ਚਾਹੀਦੀ ਹੈ। जुड़े हुए हाँ ईश्वर की सारिया क्वालिटीज हैगियां ने लेकिन जागरूकता चाहिए है, अवेयरनेस चाहिए है, होश चाहिए है इसनू अब इहदी अभिव्यक्ति करन लई। हुण कहंदे ने कि असीं हुण जिहड़ी सानू जिहड़े ईश्वर ने गुण दिते ने है ना, सानू पता है सानू ईश्वर ने कुछ गुण दिते ने और साडे कोल ईश्वर दियां बिल्कुल ईश्वर वर्गे क्वालिटी साडे अंदर हैगियां ने। इन्हां दोनों चीज़ां दे नाल असीं हुण यूज टू हो चुके हैं क्योंकि असीं पिछले 20 हफ्तियां तो काम करते चले आ रहे हैं अपने गुणां दे प्रति। लेकिन असीं हुण पिछले चैप्टर दे विच असीं मैनीफेस्ट कीता सी दूसरे दी दिव्यता नूं भी, दूसरे दे अंदर भी वो ईश्वरीय गुण ने, जो ईश्वरीय गुण मेरे अपने अंदर ने वो ईश्वरीय गुण सामने वाले दे अंदर भी ने। और यह असीं प्रोजेक्ट का साडा मेजर स्टैप सीगा जिहड़ा कि असीं कुछ हफ्ते पहले कीता है और जिहदे विच असीं किहदे नाल इस एक्सपेरिमेंट नूं कीता है उन्हां लोकां दे नाल जिन्हां लोकां दे विच सानू साडे रिलेशन थोड़े खारे खट्टे सीगे, जिन्हां ने सानू लगदा सी कि इन्हां ने सानू दुख पहुंचाया है, उन्हां लोकां दे नाल असीं इस एक्सपेरिमेंट नूं कीता, इस चीज़ नूं प्रैक्टिस कीता। नॉट हाँ ऑफ कोर्स प्रैक्टिस कीता सी कि जो दिव्यता जो ईश्वरी गुण मेरे अंदर है वो बाय डिफॉल्ट सामने वाले दे अंदर भी है। और जदों असी आई होप तुसी सबने प्रैक्टिस की होएगी और अगर असी प्रैक्टिस की होएगी मेजर शिफ्ट अपने अंदर महसूस की होएगी, ना सिर्फ अपने अंदर सामने वाले दे अंदर भी एक मेजर शिफ्ट असी देखी होएगी। हुण ਇਹ ਸਾਰੀਆਂ ਕੁਆਲਿਟੀਜ਼ ਜਿਹੜੀਆਂ ਅਸੀਂ ਕਿਸੇ ਦੂਸਰੇ ਮੈਨਕਾइंड ਦੂਸਰੇ ਪਰਸਨ ਨੂੰ ਜਿਸਨੇ ਸਾਨੂੰ ਹਰਟ ਕੀਤਾ ਹੈ ਉਹਦੇ ਤੇ ਅਸੀਂ ਐਕਸਪੈਰੀਮੈਂਟ ਕੀਤਾ ਸੀ, ਉਹਦੇ ਤੇ ਉੱਤੇ ਦੇਖਿਆ ਸੀ। ਹੁਣ ਅਸੀਂ ਕੀ ਕਰਨਾ ਨੇ ਇਹ ਸਾਰੀਆਂ ਕੁਆਲਿਟੀਜ਼ ਨੂੰ ਜਿਹੜੀਆਂ ਸਾਡੇ ਆਸੇ-ਪਾਸੇ ਹਰ ਇੱਕ ਚੀਜ਼ ਹੈ, ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਆਸੇ-ਪਾਸੇ ਹੈ ਉਹਦੇ ਨਾਲ ਅਸੀਂ ਇਹ ਐਕਸਪੈਰੀਮੈਂਟ ਕਰਨਾ ਹੈ। ਇਹ ਸਾਰਾ ਅਸੀਂ ਇਹ ਸਾਡਾ ਅਸਾਈਨਮੈਂਟ ਕਹਿ ਲਓ कि ਇਹ ਅਸੀਂ ਹੁਣ ਕਰਕੇ ਦੇਖਣਾ ਹੈ। किस तरह करांगे इन्होंने उहदे च एग्जाम्पल लिया कि मान लो कि असी जिहड़े पौधे नूं असी पानी पा रहे हैं, जिहड़ा साडे घर च कोई पौधा है उहनूं असी पानी पा रहे हैं ते उस पौधे नूं असी की कहना कि वो पौधा भी बिल्कुल मेरे वर्गा है, ये भी इहदे अंदर भी प्रकाश है, इहदे अंदर भी सच्चाई है। गॉड इज ट्रुथ तो दिस प्लांट इज ऑल्सो ट्रुथ, इहदे अंदर भी वो सच्चाई है। परमात्मा प्रेम है तो इसके अंदर भी प्रेम है, इसके अंदर भी हैप्पीनेस है, जॉय है, ब्लिस है, आनंद है, खेड़ा है, उत्साह है। और ਇਹਦੇ अंदर ऑल नोइंग इंटैलीजेंस ਜਿਹੜੀ ਅਸੀਂ अपने ते प्रैक्टिस ਕੀਤੀ ਸੀ ਉਹ ऑल नोइंग इंटैलीजेंस भी इस पेड़ ਦੇ अंदर इस पौधे ਦੇ अंदर है और यह हर जगह ते मौजूद है, ओमनी प्रेजेंट है। जिस तरह हर जगह ਦੇ ਉੱਤੇ परमात्मा ओमनी प्रेजेंट है ईश्वर, तो उस तरीके नाल यह पौधा भी हर जगह ਦੇ ਉੱਤੇ, यह प्लांट भी हर जगह ਦੇ ਉੱਤੇ यानी वनस्पति कह लेंगे यह हर जगह दे उत्ते मौजूद है। एक्सप्रेशन अभिव्यक्ति कुछ और हो सकती है लेकिन मौजूद है और यह बिल्कुल परफेक्ट है क्योंकि गॉड इज परफेक्ट।
ਇਹਦੇ ਅੰਦਰ ਸ਼ਾਂਤੀ ਵੀ ਹੈ ਕਿਉਂਕਿ ਗॉड परमात्मा शांति है। ਇਹਦੇ ਅੰਦਰ विनम्रता भी है क्योंकि परमात्मा ਦੇ ਅੰਦਰ विनम्रता है। परमात्मा ਦੇ ਅੰਦਰ abundance है तो इस पौधे ਦੇ ਅੰਦਰ भी abundance है। और सब तो ਵੱਡੀ ਗੱਲ, परमात्मा नॉन जजमेंटल है और जज नहीं करता, ਕਿਸੇ ਨੂੰ ਕਿਸੇ ਦੇ ਬਾਰੇ ਰਾਏ ਨਹੀਂ ਬਣਾ ਕੇ ਰੱਖਦਾ ਕਿ ਇਹ ਅੱਛਾ ਹੈ ਬੁਰਾ। ਇਸੇ ਤਰੀਕੇ ਨਾਲ ਇਹ ਪੌਦਾ ਵੀ ਹੈ ਜੋ ਜਿਸ ਨੂੰ ਮੈਂ ਪਾਣੀ ਪਾ ਰਹੀ ਹਾਂ ਜਾਂ ਪਾਣੀ ਪਾ ਰਿਹਾ, ਇਹ ਵੀ ਨॉन ਜਜਮੈਂਟਲ ਹੈ। ਇਹ ਤਾਂ ਕੁਝ ਇੱਕ ਕੁਆਲਿਟੀਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਕੰਮ ਕਰਦੇ ਆ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੁਆਲਿਟੀਆਂ ਨੇ ਈਸ਼ਵਰ ਦੀਆਂ ਜਿਹੜੀਆਂ ਸਾਰੀ ਸ੍ਰਿਸ਼ਟੀ ਵਿਕਾਸ ਹੋਇਆ, ਇਹ ਸਾਰੀ ਸ੍ਰਿਸ਼ਟੀ ਜਿਸ ਦੇ ਨਾਲ ਬਣੀ ਪਈ ਹੈ। ਹੁਣ ਇੱਥੇ ਇੱਕ ਸਵਾਲ ਆ ਜਾਂਦਾ ਹੈ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਸਾਡੀ ਸੋਚ ਹੈ, ਜਿਹੜੀ ਮੇਰੀ ਅਵੇਅਰਨੈਸ ਹੈ, ਜਿਹੜਾ ਮੇਰਾ ਦ੍ਰਿਸ਼ਟੀਕੋਣ ਹੈ ਦਿਵਯਤਾ ਦੇ ਪ੍ਰਤੀ, ਡਿਵਿਨਿਟੀ ਦੇ ਪ੍ਰਤੀ, ਉਹ ਪੌਦੇ ਵਰਗਾ ਨਹੀਂ ਹੈ। ਪੌਦੇ ਦੀ ਡਿਵਿਨਿਟੀ ਦੇ ਪ੍ਰਤੀ ਜਿਹੜੀ ਅਵੇਅਰਨੈਸ ਹੈ ਉਹ ਥੋੜੀ ਘੱਟ ਹੈ। पौधा अपने बारे इतना सब कुछ नहीं जानता, अपनी इन्हीं चीजों के प्रति अवेयर नहीं है। मैं अवेयर हाँ अपनी इस क्वालिटी के प्रति, पौधा अवेयर नहीं है। ठीक उस तरीके नाल अगर मैनू इस चीज की होश नहीं है कि मेरे अंदर ये सारियां क्वालिटीज ने, तो मेरे अंदर ओदी वो क्वालिटीज खत्म नहीं हो जाती। जिस तरह कि असी अपने हार्ट वाले जो असी मैनीफेस्ट किया सीगा अपनी हैल्थ वाले चैप्टर दे उत्ते गए सी, तो उत्ते असी इस चीज नूं बड़ी क्लीयर समझिया सीगा। मेरा टोटल गुण है, हेल्थ मेरा बाय डिफॉल्ट मेरी एक अवस्था है, मैं ईश्वर का गुण है वो मेरे अंदर है। वो ठीक है, मेरी बॉडी तो बीमारी एक्सप्रेस हो रही है। अगर मेरी बॉडी तो कोई बीमारी एक्सप्रेस हो रही है, ਇਹਦਾ मतलब ਇਹ नहीं है कि मैं बीमार हो गई, नहीं, मैं बिल्कुल तंदुरुस्त हाँ, लेकिन मेरी बॉडी चो बीमारी एक्सप्रेस हो रही है। जिस तरह मिट्टी दे विचों शेर बन गया, मिट्टी दे विचों कड़ा बन गया, सोने दे विचों हार बन गया, सोने दे विचों रिंग बन गई। तो एक्सप्रेस अलग चीज हो रही है मेरी उस ओदे तो, लेकिन क्वालिटी डिफॉल्ट ओदे अंदर वो तंदुरुस्ती ओदा गुण है। ठीक है, इन्होंने ऐसे तरीके नाल कहा कि अगर सानू किसी चीज का पता नहीं चलता तो ਇਹਦਾ मतलब ਇਹ नहीं वो गुण साडे अंदर नहीं है, वो गुण है सानू अवेयरनेस नहीं है, साडी जागृति नहीं है, असी बेहोश हाँ। ठीक है, हो सकता पौधा दृष्टिकोण अपने प्रति उतना खुला होया ना होए। फिर कहते ने जिहड़ी कॉन्शियसनेस है, जिहड़ी चेतना है, जिहड़ी अवेयरनेस है, यह जिहड़ा कॉन्सैप्ट है अपने आप दे विच समझण दे विच बहुत डिफिकल्ट है, क्योंकि असी अपने दृष्टिकोण तो सोचते हैं। साडी अपनी एक सोच है, साडी एक अपनी सोच का दायरा है, उस दायरे तो ही असी सोचते हैं, उस दायरे तो ज्यादा असी सोच ही नहीं सकते। क्योंकि असी जो देखांगे, जो महसूस करांगे, जो सुनांगे, जो सुंघांगे और जिस चीज नूं टच करके देखांगे, असी उही चीज़ां महसूस उन्हां दे बारे साडी अवेयरनेस है। साडी अवेयरनेस यानी 5 इंद्रियां दे प्रति ही असी अवेयर हैं। अगर मान मैं इस टाइम कुछ सुन नहीं रही हाँ तो मेरी अवेयरनेस किते 4 किसी जड़ियां होर इंद्रियां उन्हां दे विचों किसी दे नाल होएगी इन टच दे विच, और मैं उस दे प्रति जागरूक होवांगी, उस चीज नूं लैके, उस चीज दे प्रति स्मैलिंग पावर दे नाल या किसी होर चीज दे नाल, मतलब 5 सेंसेस दे विचों किसी होर सेंस दे नाल मैं इन टच दे विच होवांगी, होश दे विच होवांगी। लेकिन कहंदे ने कि यह जिहड़ा मापदंड है कॉन्शियसनेस नूं, चेतना नूं नापण दा, यह तो बहुत छोटा है, यह कंप्लीट नहीं है। क्योंकि कॉन्शियसनेस जिहड़ी चेतना है असल दे विच ओ की है, साडी जिहड़ी इनिशियल स्टेज है, जिहड़ी साडा स्टार्टिंग पॉइंट है, जिथों असी अवेयरनेस जिस थॉट दे नाल, सिर्फ सिंगल थॉट दे नाल ईश्वर ने सानू बनाया, साडी उत्पत्ति हुई, इस सृष्टि की उत्पत्ति हुई जिस सिंगल थॉट दे नाल, उस सिंगल थॉट दे ब्लूप्रिंट दे विच जो 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 कुछ भी उस टाइम दे उत्ते सी, जो चीज़ां अगर असी उसके प्रति जितने जागरूक हो जावांगे, उदों असी कहांगे कि असी पूर्णता जागरूक होए, उदों साडी पूरी जागरूकता है। लेकिन कहंदे ने कि हर चीज इस सृष्टि दे विच, सारे लोग और हर वस्तु यानी लिविंग और नॉन लिविंग थिंग्स, जितनियां भी चीज़ां ने वो प्यार तो पैदा होइयां, प्यार तो पैदा, प्यार ईश्वर दा प्रेम सीगा, उस प्रेम तो हर चीज पैदा हुई। और प्यार दा जिहड़ा स्वभाव है, जिहड़ा प्यार दा स्वभाव की है, खुद नूं जानना।
ਪਿਆਰ ਕੀ ਕਰਨਾ, ਖੁਦ ਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਹੈ। ਅਸੀਂ ਲਵ ਨੂੰ ਐਕਸਪ੍ਰੈਸ ਕਰਨ ਦੇ ਕਿੰਨੇ ਤਰੀਕੇ ਪਿਛਲੇ ਟਾਈਮ ਸਿੱਖ ਕੇ ਆਏ, ਔਰ ਐਸੇ ਨੂੰ ਐਕਸਪ੍ਰੈਸ਼ਨਸ ਨੂੰ ਅਸੀਂ ਹੋਰ ਸ਼ਾਰਪਨ ਕਰ ਰਹੇ ਹਾਂ, ਹੋਰ ਅਵੇਅਰਨੈਸ ਵਧਾ ਰਹੇ ਹਾਂ ਕਿ ਇਸ ਪਿਆਰ ਨੂੰ ਹੋਰ ਕਿਸ ਤਰੀਕੇ ਦੇ ਨਾਲ ਅਵੇਅਰ ਕੀਤਾ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਅਸੀਂ ਇਸ ਦੇ ਪ੍ਰਤੀ ਆਪਣੀ ਹੋਸ਼, ਆਪਣੀ ਜਾਗਰਤੀ ਨੂੰ ਜਾਣ ਸਕਦੇ ਹਾਂ, ਇਸ ਅਵੇਅਰਨੈਸ ਨੂੰ। ਤੇ ਲਵ ਕੀ, ਪਿਆਰ ਕੀ ਹੈ, ਉਹ ਆਪਣੇ ਆਪ ਨੂੰ ਜਿਹੜੀ ਕੌਨਸ਼ੀਅਸ, ਜਿਹੜੀ ਚੇਤਨਾ, ਜਿਸ ਸਿੰਗਲ ਥਾਟ ਦੇ ਨਾਲ, ਸਿੰਗਲ ਥਾਟ ਲਵ ਦੇ ਨਾਲ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ। ਔਰ ਜਿਤਨੀ ਜ਼ਿਆਦਾ ਅਸੀਂ ਲਵ એનર્ਜੀ ਦੇ ਪ੍ਰਤੀ, ਲਵ ਦੇ ਪ੍ਰਤੀ ਆਪਣੀ ਅਵੇਅਰਨੈਸ ਨੂੰ ਜਾਗਰਤ ਕਰਦੇ ਜਾਵਾਂਗੇ, ਜਿਤਨਾ ਜ਼ਿਆਦਾ ਕਰਦੇ ਜਾਵਾਂਗੇ, ਤਾਂ ਧੀਰੇ ਧੀਰੇ ਸਾਨੂੰ ਕੀ ਹੋਏਗਾ, ਜਿਤਨਾ ਜ਼ਿਆਦਾ ਅਸੀਂ ਅਵੇਅਰਨੈਸ ਦੇ ਪ੍ਰਤੀ ਜਾਂਦੇ ਜਾਵਾਂਗੇ, ਤੇ ਇਸ ਦੇ ਨਾਲ ਕੀ ਹੋਏਗਾ, ਜਿਹੜੇ ਈਸ਼ਵਰ ਦੇ ਦੂਸਰੀਆਂ ਕੁਆਲਿਟੀਜ਼ ਨੇ, ਲਵ એનર્ਜੀ ਨੂੰ ਜਾਣਦੇ ਜਾਵਾਂਗੇ, ਲਵ એનર્ਜੀ ਦੇ ਵਿੱਚ ਖੁਦ ਨੂੰ ਫੀਲ ਕਰਦੇ ਜਾਵਾਂਗੇ, ਤੇ ਬਾਈ ਡਿਫਾਲਟ ਈਸ਼ਵਰ ਦੇ ਜਿਹੜੀ ਦੂਸਰੀਆਂ ਕੁਆਲਿਟੀਜ਼ ਨੇ, ਜਿਹੜੀਆਂ ਪ੍ਰੇਮ ਤੋਂ ਹੀ ਪੈਦਾ ਹੋ ਰਹੀਆਂ ਨੇ, ਈਸ਼ਵਰੀ ਪ੍ਰੇਮ ਤੋਂ ਹੀ ਉਹ ਸਾਰੀਆਂ ਚੀਜ਼ਾਂ ਪੈਦਾ ਹੋ ਰਹੀਆਂ ਨੇ, ਅਸੀਂ ਉਹਨਾਂ ਦੇ ਪ੍ਰਤੀ ਵੀ ਅਵੇਅਰਨੈਸ, ਸਾਡੀ ਜਾਗਰੂਕਤਾ ਹੋਣੀ ਸ਼ੁਰੂ ਹੋ ਜਾਏਗੀ, ਅਸੀਂ ਉਤਨੇ ਉਹਨਾਂ ਚੀਜ਼ਾਂ ਦੇ ਪ੍ਰਤੀ ਅਵੇਅਰ ਹੋ ਜਾਵਾਂਗੇ। ਇਹਦਾ ਕਹਿ ਰਹੇ ਨੇ ਕਿ ਜਿਹੜਾ ਹੁਣ ਇਟ ਇਜ਼, ਅਗਰ ਮੈਂ ਸੋਚਦੀ ਹਾਂ ਕਿ ਮੈਂ ਖਾਲੀ ਈਸ਼ਵਰ ਦੇ ਪ੍ਰੇਮ ਨੂੰ ਮਹਿਸੂਸ ਕਰ ਲਿਆ, ਜਿਸ ਤਰ੍ਹਾਂ ਕਿ ਅਸੀਂ ਕਰ ਰਹੇ ਹਾਂ, ਈਸ਼ਵਰੀ ਪ੍ਰੇਮ ਨੂੰ ਅਸੀਂ ਮਹਿਸੂਸ ਕਰੀ ਜਾ ਰਹੇ ਸੀ, ਔਰ ਇਸ ਅਵੇਅਰਨੈਸ ਦੇ ਵਿੱਚ ਕਿ ਮੈਂ ਪ੍ਰੇਮ ਹਾਂ, ਔਰ ਇਸ ਪ੍ਰੇਮ ਦੇ ਨਾਲ ਮੈਂ ਕਨੈਕਟਡ ਹਾਂ, ਔਰ ਦੂਸਰੇ ਲੋਕ ਵੀ ਇਸ ਚੀਜ਼ ਦੇ ਨਾਲ ਕਨੈਕਟਡ ਨੇ, ਇਸੇ ਈਸ਼ਵਰੀ ਪ੍ਰੇਮ ਦੇ ਨਾਲ। ਤੋ ਇਹ ਇੱਕ ਛੋਟਾ ਜਾਗਰੂਕਤਾ ਦਾ, ਸਾਡੀ ਅਵੇਅਰਨੈਸ ਦਾ, ਸਾਡੇ ਦੇਖਣ ਦਾ, ਸਾਡੀ ਹੋਸ਼ ਦਾ ਇੱਕ ਛੋਟਾ ਹਿੱਸਾ ਹੈ, उस प्रेम के प्रति जागृत होना, सिंगल ईश्वरी प्रेम के प्रति जागृत होना। और लेकिन ਇਹਦਾ मतलब ਇਹ नहीं है, क्योंकि ਅਸੀਂ जितना ज्यादा ईश्वरी प्रेम ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਤਨੀਆਂ ਜ਼ਿਆਦਾ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਈਸ਼ਵਰ ਦੀਆਂ ਜਿਹੜੀਆਂ ਕੁਆਲਿਟੀਆਂ ਨੇ, ਈਸ਼ਵਰ ਦੇ ਜਿਹੜੇ ਦੂਸਰੇ ਗੁਣ ਨੇ, ਇਹ ਕੁਝ ਗੁਣਾਂ ਦੀ ਅਸੀਂ ਗੱਲ ਕਰਕੇ ਆਏ ਹਾਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੁਣ ਨੇ ਜਿਹੜੇ ਐਕਸਪ੍ਰੈਸ ਹੋਣਾ ਚਾਹ ਰਹੇ ਨੇ, ਜਿਹੜੇ ਅਭਿਵਿਅਕਤ ਹੋਣਾ ਚਾਹੁੰਦੇ ਨੇ ਇਸ ਧਰਤੀ ਦੇ ਉੱਤੇ, ਇਸ ਯੂਨੀਵਰਸ ਦੇ ਉੱਤੇ, ਇਸ ਬ੍ਰਹਮਾਂਡ ਦੇ ਉੱਤੇ ਜਾ ਰਹੇ ਨੇ। ਇਹ ਹੁਣ ਜਿਹੜਾ ਸਾਡਾ ਲਿਮਿਟਡ ਅਵੇਅਰਨੈਸ ਹੈ, ਹਾਂਜੀ, ਇਹ ਜਿਹੜੀ ਲਿਮਿਟਡ ਅਵੇਅਰਨੈਸ ਹੈ ਸਾਡੀ ਚੇਤਨਾ ਦੀ, ਜਿਹੜੀ ਲਿਮਿਟਡ ਅਵੇਅਰਨੈਸ ਹੈ ਕਿ ਅਸੀਂ ਆਪਣੇ ਪਿਆਰ ਨੂੰ ਹੀ ਜਾਣ ਰਹੇ ਹਾਂ, ਆਪਣੇ ਪ੍ਰੇਮ ਦੇ ਪ੍ਰਤੀ ਅਸੀਂ ਜਾਗਰੂਕ ਹੋ ਗਏ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜੀ ਸਿੰਪਲ ਅਵੇਅਰਨੈਸ ਹੈ, ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸਿੰਪਲ ਅਵੇਅਰਨੈਸ, ਆਪਣੇ ਪਿਆਰ ਨੂੰ ਅਸੀਂ ਜਦੋਂ ਮੈਂ ਜਾਣ ਲਿਆ, ਤੇ ਮੈਂ ਲਵ ਨੇਚਰ ਦੇ ਪ੍ਰਤੀ, ਪਰਮਾਤਮਾ ਦਾ ਜਿਹੜਾ ਪਿਆਰ ਹੈ, ਉਸਨੂੰ ਵੀ ਮੈਂ ਧੀਰੇ ਧੀਰੇ ਜਾਨਣਾ ਸ਼ੁਰੂ ਕਰ ਦਿੱਤਾ। ਔਰ ਇਸ ਤਰੀਕੇ ਦੇ ਨਾਲ ਮੈਂ ਧੀਰੇ ਧੀਰੇ ਪਰਮਾਤਮਾ ਦੇ ਜਿਹੜੀ ਇਸ ਪ੍ਰੇਮ ਦੇ ਨਾਲ ਜਿਹੜੀਆਂ ਦੂਜੀਆਂ ਚੀਜ਼ਾਂ ਕਨੈਕਟਡ ਸੀਗੀਆਂ, ਉਹਨਾਂ ਦੇ ਪ੍ਰਤੀ ਵੀ ਮੈਂ ਅਵੇਅਰ ਹੋ ਗਈ। ਔਰ ਮੈਨੂੰ ਧੀਰੇ ਧੀਰੇ ਸਮਝ ਦੇ ਵਿੱਚ ਕੀ ਆਇਆ ਕਿ ਇਸ ਅਵੇਅਰਨੈਸ ਦੇ ਵਿੱਚ, ਇਸ ਧਰਤੀ ਦੇ ਉੱਤੇ ਸਾਰੀਆਂ ਚੀਜ਼ਾਂ ਹੀ ਉਸ ਪ੍ਰੇਮ ਦੇ ਨਾਲ ਬਣੀਆਂ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ਇਸ ਹਰ ਚੀਜ਼ ਜੋ ਇਸ ਧਰਤੀ ਦੇ ਉੱਤੇ ਹੈ, ਉਹ ਇੱਕ ਦੂਸਰੇ ਦੇ ਉੱਤੇ ਇਫੈਕਟ ਪਾ ਰਹੀ ਹੈ, ਹਰ ਚੀਜ਼ ਇੱਕ ਦੂਸਰੇ ਦੇ ਉੱਤੇ ਇਫੈਕਟ ਪਾ ਰਹੀ ਹੈ। ਔਰ ਇਹਦਾ ਦੂਸਰਾ ਮਤਲਬ ਇਹ ਵੀ ਹੈ ਕਿ ਹਰ ਚੀਜ਼ ਜੋ ਇਸ ਧਰਤੀ ਦੇ ਉੱਤੇ ਹੈ, ਉਹ ਦੂਸਰੇ ਦੇ ਨਾਲ ਕਮਿਊਨੀਕੇਟ ਕਰ ਸਕਦੀ ਹੈ, ਵਾਰਤਾਲਾਪ ਕਰ ਸਕਦੀ ਹੈ। ਹਰ ਚੀਜ਼, ਸਿਰਫ ਮੈਂ ਹੀ ਨਹੀਂ ਕਰ ਸਕਦੀ ਵਾਰਤਾਲਾਪ, ਦੂਸਰੀ ਚੀਜ਼ ਵੀ ਮੇਰੇ ਨਾਲ ਵਾਰਤਾਲਾਪ ਕਰ ਸਕਦੀ ਹੈ। ਕਿਉਂਕਿ ਲੇਕਿਨ ਇਹਦੇ ਪਿੱਛੇ ਰੀਜ਼ਨ ਕੀ ਹੋਣਾ ਚਾਹੀਦਾ, ਇਹਦੇ ਪਿੱਛੇ ਕਿ ਜਾਗਰੂਕ ਕਿਤਨੀ ਹੈ। ਜਿਤਨੀ ਜ਼ਿਆਦਾ ਉਹ ਚੀਜ਼ ਜਾਗਰੂਕ ਹੁੰਦੀ ਜਾਏਗੀ, ਉਤਨੀ ਜ਼ਿਆਦਾ ਉਹ ਚੀਜ਼ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਗੀ। ਇਹਨੂੰ ਮੈਂ ਇੱਕ ਐਗਜ਼ਾਮਪਲ ਤੋਂ ਸਮਝਾਂ ਕਿ ਇੱਕ ਟਾਈਮ ਦੀ ਗੱਲ ਹੈ, ਮੈਂ ਆਪਣੇ ਉਹਦੇ ਤੋਂ ਕਰ ਰਹੀ ਹਾਂ। ਅਸੀਂ ਬੰਬੇ ਤੋਂ ਬੜੌਦਾ ਆ ਰਹੇ ਸੀ, ਕਾਰ ਦੇ ਵਿੱਚ ਆ ਰਹੇ ਸੀ। ਲਵ એનર્ਜੀ ਦਾ ਸਾਨੂੰ ਪਤਾ ਸੀਗਾ, ਨੋ ਡਾਊਟ ਲਵ એનર્ਜੀ ਦਾ ਪਤਾ ਸੀ ਕਿ ਲਵ ਪਿਆਰ, ਕਿਉਂਕਿ EMSY ਅਸੀਂ ਸਮਝਿਆ ਹੋਇਆ ਸੀ, ਅਰਥ ਦਾ ਵੀ ਇੱਕ ਹੁੰਦਾ ਹੈ, ਉਸ ਐਲੀਮੈਂਟ ਨੂੰ ਅਸੀਂ ਸਮਝਿਆ ਸੀ, ਲਵ એનર્ਜੀ ਨੂੰ ਭੇਜਣਾ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਦੁਸ਼ਹਿਰੇ ਦੇ ਉੱਤੇ ਸਾਰੇ ਜਿਹੜੇ ਹੁੰਦੇ ਨੇ ਉਹਦੀ ਪੂਜਾ ਕੀਤੀ ਜਾਂਦੀ ਨੇ, ਸਾਰੇ ਜਿਹੜੀਆਂ ਵੀ ਮਸ਼ੀਨਰੀ ਹੈ ਉਹਦੀ ਪੂਜਾ ਕੀਤੀ ਜਾਂਦੀ, ਯਾਨੀ ਉਹਨਾਂ ਨੂੰ ਵੀ ਸਮਝਿਆ ਜਾਂਦਾ ਕਿ ਇਹ ਵੀ ਜਾਗਰਤ ਨੇ, ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ ਦੁਸ਼ਹਿਰੇ ਦੇ ਉੱਤੇ। ਇੰਡੀਆ ਦੇ ਵਿੱਚ ਬਹੁਤ ਚੀਜ਼ ਕਾਮਨ ਹੈ, ਅਸੀਂ ਸੂਰਜ ਨੂੰ ਵੀ ਦੇਵਤਾ ਕਹਿੰਦੇ ਹਾਂ, ਨਦੀਆਂ ਨੂੰ ਵੀ ਅਸੀਂ ਮਾਂ ਕਹਿੰਦੇ ਹਾਂ, ਹੈ ਨਾ। ਤੇ ਇਹ ਚੀਜ਼ਾਂ ਸਾਡੇ ਅੰਦਰ ਕਾਮਨ ਨੇ, ਇਨਬਿਲਟ ਹੈ ਸਾਡੇ ਅੰਦਰ, ਅਸੀਂ ਇਹਨਾਂ ਦੀ ਚੀਜ਼ਾਂ ਦੇ ਪ੍ਰਤੀ ਅਵੇਅਰ ਆ, ਲੇਕਿਨ ਇਹਨਾਂ ਦੇ ਸਾਰੇ ਗੁਣਾਂ ਦੇ ਪ੍ਰਤੀ ਜਾਗਰੂਕ ਨਹੀਂ ਆ। तो ਜਦੋਂ ਮੈਂ ਆ ਰਹੀ ਸੀ ਤੇ ਉਦੋਂ ਇੱਕ ਦਿਮਾਗ ਦੇ ਵਿੱਚ ਸੀਗਾ ਕਿ ਮੈਂ, ਕਿਉਂਕਿ ਸਟੇਟ ਦਾ ਫਰਕ ਸੀਗਾ, ਤੇ ਦਿਮਾਗ ਦੇ ਵਿੱਚ ਸੀਗਾ ਕਿ
ਇੱਥੇ ਹੀ ਗੱਡੀ ਵਿਕ ਜਾਂਦੀ ਤਾਂ ਅੱਛਾ ਸੀ, ਅਸੀਂ ਬੜੌਦਾ ਜਾ ਕੇ ਦੂਸਰੀ ਗੱਡੀ ਖਰੀਦਾਂਗੇ। ਔਰ ਕੁਛ ਅੱਛੀ ਫੀਲਿੰਗ ਨਹੀਂ ਸੀ ਆ ਰਹੀ ਜਦੋਂ ਅਸੀਂ ਕਾਰ ਦੇ ਵਿੱਚ ਵਾਪਸ ਆ ਰਹੇ ਸੀ, ਕਾਰ ਨਹੀਂ ਵਿਕੀ ਔਰ ਸਾਨੂੰ ਉਸੇ ਕਾਰ ਦੇ ਵਿੱਚ ਵਾਪਸ ਆਣਾ ਪਿਆ। ਤੇ ਕਿਤੇ ਨਾ ਕਿਤੇ ਹੇਟਡ, ਗੁੱਸਾ, ਇਹੋ ਜਿਹੀ એનર્ਜੀ ਵੀ ਨਾਲ ਸੀਗੀ ਔਰ ਅਵੇਅਰ ਨਹੀਂ ਸੀ ਇਸ ਚੀਜ਼ ਦੇ ਪ੍ਰਤੀ। ਔਰ ਦੂਸਰੀ ਚੀਜ਼ਾਂ ਜੋ ਸਾਡੇ ਨਾਲ ਸੀਗੀਆਂ, ਸਾਡੇ ਪੌਦੇ ਸੀਗੇ, ਜਿਹੜੇ ਪੌਦੇ ਮੇਰੇ ਸੀਗੇ ਉਹ ਅਸੀਂ ਆਪਣੇ ਕਾਰ ਦੇ ਵਿੱਚ ਹੀ ਰੱਖੇ ਹੋਏ ਸੀ ਕਿ ਅਸੀਂ ਇੱਕ ਦਿਨ ਚ ਤਾਂ ਪਹੁੰਚ ਹੀ ਜਾਵਾਂਗੇ, ਤੇ ਮਤਲਬ ਇਹਨਾਂ ਨੂੰ ਕੁਝ ਹੋਏਗਾ ਨਹੀਂ, ਤਾਂ ਕਿ ਪਾਣੀ ਵਗੈਰਾ ਇਹਨਾਂ ਨੂੰ ਦਿੱਤਾ ਜਾਏਗਾ। ਤਾਂ ਅਸੀਂ ਇਹਨਾਂ ਨੂੰ ਬਾਕੀ ਸਮਾਨ ਤਾਂ ਭੇਜ ਦਿੱਤਾ, ਲੇਕਿਨ ਕਾਰ ਦੇ ਵਿੱਚ ਅਸੀਂ ਔਰ ਸਾਡੇ ਨਾਲ ਸਿਰਫ ਸਾਡੇ ਪਲਾਂਟਸ ਸੀਗੇ। ਹੁਣ ਕਾਰ ਰਸਤੇ ਦੇ ਵਿੱਚ ਆ ਕੇ ਖਰਾਬ ਹੋ ਗਈ, ਖਰਾਬ ਹੋ ਗਈ। ਔਰ ਪਹਿਲੇ टाइम तो मैंने कुछ समझ नहीं आया, चलो ठीक है खराब हो गई, मैकेनिक को भेजा, कार ठीक होने च नहीं आ रही। एक दिन गया, 2 दिन गया, 3 दिन, हफ्ता भर हो गया, कार ਦੇ ਵਿੱਚ ਮਿਸਟੇਕ ਸਮਝ ਦੇ ਵਿੱਚ ਨਹੀਂ ਆ ਰਹੀ। ਲੇਕਿਨ ਮੈਨੂੰ ਆਪਣੀ ਮਿਸਟੇਕ ਸੈਕਿੰਡ ਡੇ ਤੋਂ ਸਮਝ ਆਣੀ ਸ਼ੁਰੂ ਹੋ ਗਈ। ਲਵ એનર્ਜੀ ਉਹਨੂੰ ਭੇਜਣੀ ਸ਼ੁਰੂ ਕਰ ਦਿੱਤੀ, ਲਵ એનર્ਜੀ ਭੇਜਣੀ ਸ਼ੁਰੂ ਕੀਤੀ, ਲਵ એનર્ਜੀ ਭੇਜਣੀ ਸ਼ੁਰੂ ਕੀਤੀ। ਔਰ ਅਖੀਰ 'ਚ ਜਾ ਕੇ ਇਤਨੇ ਸਾਰਾ ਇੰਜਨ ਖੋਲਣ ਤੋਂ ਬਾਅਦ, ਇਤਨਾ ਸਭ ਕੁਝ ਖੋਲਣ ਤੋਂ ਬਾਅਦ ਪਤਾ ਕੀ ਚੱਲਿਆ ਕਿ ਇੱਕ ਛੋਟਾ ਜਿਹਾ ਰਬੜ ਉਸ ਚੀਜ਼ ਦਾ ਖਰਾਬ ਸੀਗਾ, ਜਿਹੜੀ ਜਿਹਦੇ 'ਚ ਕੂਲੈਂਟ ਪੈਂਦਾ ਸੀਗਾ। ਉਸ ਕੂਲੈਂਟ ਦੇ ਉੱਤੇ ਜਿਹੜੀ ਬੋਟਲ ਸੀਗੀ, ਉਸ ਬੋਟਲ ਦਾ ਜਿਹੜਾ ਰਬੜ ਸੀਗਾ ਉਹ ਖਰਾਬ ਸੀਗਾ। ਔਰ ਉਸ ਨਾ ਸਮਝਣ ਕਰਕੇ ਉਹ ਸਾਨੂੰ ਹਫਤਾ ਲੱਗ ਗਿਆ, ਗੱਡੀ ਨੇ ਸਾਨੂੰ ਇਤਨਾ ਪਰੇਸ਼ਾਨ ਕੀਤਾ ਜੋ ਕੁਝ ਵੀ। ਲੇਕਿਨ ਹੋਇਆ ਕਦੋਂ? ਜਦੋਂ ਮੈਂ ਲਵ એનર્ਜੀ ਔਰ ਮਾਫੀ ਉਸ ਗੱਡੀ ਕੋਲੋਂ ਮੰਗ ਕੇ ਚਲੇ ਗਈ। ਦੂਸਰੇ ਪਾਸੇ ਇੱਕ ਹਫਤੇ ਤੋਂ ਮੇਰੇ ਪਲਾਂਟਸ ਕਾਰ ਦੇ ਵਿੱਚ ਪਏ ਨੇ, ਗਰਮੀ ਦੇ ਵਿੱਚ ਪਏ ਨੇ, ਗੈਰੇਜ ਦੇ ਵਿੱਚ ਪਏ ਰਹੇ। ਔਰ ਈਵਨ ਕਿ ਮੇਰੀ ਤੁਲਸੀ ਵੀ ਸੀਗੀ, ਯਕੀਨ ਜਾਣੋਗੇ ਉਹ ਤੁਲਸੀ ਔਰ ਸਾਰੇ ਦੇ ਸਾਰੇ ਪੌਦੇ ਐਜ਼ ਇਟ ਇਜ਼ ਬਿਨਾਂ ਕਿਸੇ ਪਾਣੀ ਦੇ ਹਫਤੇ ਤੋਂ ਬਾਅਦ ਸਾਡੇ ਕੋਲ ਆਰਾਮ ਦੇ ਨਾਲ ਪਹੁੰਚ ਗਏ। ਕੋਈ ਵੀ ਪੌਦਾ ਮੇਰਾ ਐਸਾ ਨਹੀਂ ਸੀ ਜਿਹਨੂੰ ਮੈਂ ਕਹਿ ਦਿਆਂ ਕਿ ਉਹ ਖਰਾਬ ਹੋਇਆ, ਕਿਉਂਕਿ ਜਦੋਂ ਮੈਂ ਗਾੜੀ ਨੂੰ એનર્ਜੀ ਭੇਜਦੀ ਸੀ ਤਾਂ ਮੈਂ ਆਪਣੇ ਪਲਾਂਟਸ ਨੂੰ ਵੀ એનર્ਜੀ ਭੇਜਦੀ ਸੀਗੀ ਕਿ ਨਹੀਂ आई लव यू। भी मैंने बड़ा फील होता सी, मैं पानी पी रही हाँ, मेरे पौधों को पानी नहीं मिल रहा, मैं ये चीज खा रही हूँ, मेरे पौधों को धुप गर्मी च बैठे ने, मैं तो एसी च आके बैठ गई। और यकीन जानोगे मैं उस टाइम के उत्ते अपना कमरा छोड़ के गैरेज से जाके बैठ जाती सी कि नहीं ए मेरी है, तो मैं अपनी क्षमा साधना करनी है। तो मैं खुद उन्होंने नाल धुप्पे जाके एक कुर्सी के उत्ते बैठी रहती होंदी सी कि नहीं मैं इन्हों इतना परेशान किया तो ए मेरा है। तो यानी वार्तालाप करना। पौधे हफ्ता पर बिना पानी तो रहे, घर आके भी उस हाल उन्हां विचों कई पौधे अज भी मेरे नाल ने, हाले भी मेरे नाल ने, उन्हां ग्रोथ उन्हां दी होई जा रही है। तो इन्हां दा कहण दा मतलब की है कि असी साडी जिन्नी एबिलिटीज होणगियां, साडी जिन्नी वार्तालाप करन दी ताकत होएगी, ਅਸੀਂ ਜਿਸ ਤਰ੍ਹਾਂ ਅਸੀਂ ਸਾਹਮਣੇ ਦੇ ਅੰਦਰ ਦਿਵਯਤਾ ਨੂੰ ਉਜਾਗਰ ਕੀਤਾ ਆਪਣੇ ਰਿਲੇਟਿਵ ਮੈਨਕਾਈਂਡ, ਮਤਲਬ ਆਪਣੇ ਰਿਲੇਸ਼ਨਸ ਦੇ ਵਿੱਚ ਜਿਹੜੇ ਸਾਡੇ ਨੀਅਰ ਐਂਡ ਡੀਅਰ ਵਨਸ ਨੇ, ਉਹਨਾਂ ਦੀ ਡਿਵਿਨਿਟੀ ਨੂੰ ਅਸੀਂ ਦੇਖਣਾ ਸ਼ੁਰੂ ਕੀਤਾ। ਤਾਂ ਤਾਕਤ ਕਿਹਦੇ ਹੈ? ਸਾਡੀ ਅਵੇਅਰਨੈਸ ਦੇ ਵਿੱਚ। ਉਹ ਅਵੇਅਰ ਨਹੀਂ ਨੇ ਆਪਣੀ ਗੁਣਾਂ ਦੇ ਪ੍ਰਤੀ, ਲੇਕਿਨ ਅਸੀਂ ਹੁਣ ਡਿਸਾਈਡ ਕੀਤਾ ਇਹ ਮੇਰਾ ਦ੍ਰਿਸ਼ਟੀਕੋਣ ਹੈ ਕਿ ਮੈਂ ਹੁਣ ਤੁਹਾਡੇ ਅੰਦਰ ਇਹ ਈਸ਼ਵਰ ਦਾ ਗੁਣ ਦੇਖਣਾ ਹੈ। तो जिस तरीके नाल मेरी अवेयरनेस ਨੂੰ फल लगेगा, मेरे देखने की शक्ति ਨੂੰ फल लगेगा, क्योंकि मैं डिसाइड किया है मैं ਤੁਹਾਡੇ ਅੰਦਰ ਇਹ ਕੁਆਲਿਟੀ देखनी है। ਹੁਣ ਇਹ ਤਾਂ ਸੀਗੀ ਮੈਨਕਾइंड ਦੀ ਗੱਲ, ਅਸੀਂ ਆਦਮੀਆਂ ਦੇ ਵਿੱਚ ਗੱਲ ਕੀਤੀ, ਲੇਕਿਨ ਹੁਣ ਇੱਥੇ ਅਵੇਅਰਨੈਸ ਕਹਿ ਰਹੇ ਨੇ, ਇਸ ਅਵੇਅਰਨੈਸ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾ ਹੈ। ਦੇਖਣ ਦੀ ਸ਼ਕਤੀ ਜਿਹੜੀ ਹੈ, ਜਿਹੜੀ ਸਾਡੀ ਸੁਣਨ ਦੀ ਸ਼ਕਤੀ ਹੈ, ਜਿਹੜੀ ਸਾਡੀ ਸਮਝਣ ਦੀ ਤਾਕਤ ਜਿਹੜੀ ਹੈ, ਇਸ ਨੂੰ ਅਸੀਂ ਹੋਰ ਸ਼ਾਰਪਨ ਕਰਨਾ, ਹੋਰ ਤਿੱਖਾ ਕਰਨਾ, ਤਾਂ ਕਿ ਅਸੀਂ ਹਰ ਉਸ ਚੀਜ਼ ਦੇ ਅੰਦਰ ਉਹ ਸਾਰੀਆਂ ਕੁਆਲਿਟੀਆਂ ਨੂੰ ਦੇਖ ਪਾਈਏ ਜਿਹੜੀਆਂ ਕੁਆਲਿਟੀਆਂ ਈਸ਼ਵਰ ਨੇ, ਜਿਹੜੀਆਂ ਕੁਆਲਿਟੀਆਂ ਈਸ਼ਵਰ ਸਾਡੇ ਦੁਆਰਾ ਐਕਸਪ੍ਰੈਸ ਕਰਨਾ ਚਾਹ ਰਿਹਾ ਹੈ। ਇਹ ਹਾਲੇ ਵੀ ਖਤਮ ਨਹੀਂ ਹੋਇਆ। ਜਿਹੜਾ ਅਸੀਂ ਪੜ੍ਹਦੇ ਹਾਂ ਨਾ ਕਿ ਪਰਮਾਤਮਾ, ਅਸੀਂ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਪਰਮਾਤਮਾ ਦੇ ਕਿਤਨੇ ਹੀ ਨਾਮ ਨੇ, ਹਜ਼ਾਰਾਂ ਨਾਮ ਨੇ, ਸ਼ੇਸ਼ਨਾਗ ਅੱਜ ਵੀ ਉਹ ਨਾਮ ਗਾਈ ਜਾ ਰਿਹਾ। ਲੇਕਿਨ ਕਹਿੰਦੇ ਨੇ ਕਿ ਉਹਦੇ ਨਾਮ ਕਿਤੇ ਤੇਰੇ ਖੰਡ, ਕਿਤੇ ਬ੍ਰਹਮੰਡ, ਕਿਤੇ ਤੇਰੇ ਪੂਰੀ ਬਾਣੀ ਆਈ। ਜਪਜੀ ਸਾਹਿਬ ਹੀ ਅਗਰ ਅਸੀਂ ਲੈ ਲਈਏ ਤੇ ਜਪਜੀ ਸਾਹਿਬ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਹੀ, ਇਤਨੀਆਂ ਚੀਜ਼ਾਂ ਨੇ, ਇਤਨੀਆਂ ਚੀਜ਼ਾਂ ਨਾਲ ਪਰਮਾਤਮਾ ਆਪਣੇ ਆਪ ਨੂੰ ਐਕਸਪ੍ਰੈਸ ਕਰੀ ਜਾ ਰਿਹਾ, ਆਪਣੇ ਲਵ ਨੂੰ, ਆਪਣੇ ਪਿਆਰ ਨੂੰ ਐਕਸਪ੍ਰੈਸ ਕਰੀ ਜਾ ਰਿਹਾ। ਆਪਣੇ ਪਿਆਰ ਨੂੰ ਐਕਸਪ੍ਰੈਸ ਜਦੋਂ ਕਰੀ ਜਾ ਰਿਹਾ ਤੇ ਅਲੱਗ-ਅਲੱਗ ਗੁਣ ਪ੍ਰਗਟ ਹੋ ਰਹੇ ਨੇ। ਈਸ਼ਵਰੀ ਕੁਆਲਿਟੀ ਨੂੰ ਜਦੋਂ ਅਸੀਂ ਐਕਸਪ੍ਰੈਸ ਕਰ ਰਹੇ ਹਾਂ ਤੇ ਉਹ ਅਲੱਗ-ਅਲੱਗ ਗੁਣ ਜਿਹੜੇ ਨੇ ਉਹ ਉਸੇ ਲਵ એનર્ਜੀ ਦਾ, ਉਸੇ ਪ੍ਰੇਮ ਦਾ ਪ੍ਰਗਟਾਵਾ ਹੈ। ਸਾਰੀਆਂ ਕੁਆਲਿਟੀਆਂ
ਹੁਣ ਅਸੀਂ ਕੀ ਕਰਨਾ ਹੈ, ਇਹਨਾਂ ਸਾਰੀਆਂ ਕੁਆਲਿਟੀਜ਼ ਨੂੰ ਹਰ ਚੀਜ਼ ਦੇ ਵਿੱਚ ਦੇਖਣਾ ਸ਼ੁਰੂ ਕਰਨਾ, ਲਿਵਿੰਗ ਔਰ ਨॉन ਲਿਵਿੰਗ ਥਿੰਗ ਦੇ ਵਿੱਚ। मैं एक बार फिर कंप्लीट कर दें, आई होप, क्योंकि यह थोड़ा जिना अगे का किस तरह करना है प्लांट ना, वो तो ਅਸੀਂ ਕੱਲ ਦੇਖਾਂਗੇ, लेकिन फिलहाल ਅਸੀਂ इस चीज ਨੂੰ समझ ਲਈਏ कि साडी अवेयरनेस, साडी होश, साडी जागृति की है। प्यार एक सिंगल ऐसी चीज है, ਇੰਨੀਆਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਸਿੰਗਲ ਪ੍ਰੇਮ ਐਸੀ ਚੀਜ਼ ਹੈ ਜਿਸ ਦੇ ਬਿਨਾ ਇਸ ਸ੍ਰਿਸ਼ਟੀ ਦੀ ਰਚਨਾ ਹੋ ਹੀ ਨਹੀਂ ਸੀ ਸਕਦੀ। ਇਸੇ ਪਿਆਰ ਦੇ ਨਾਲ ਅਸੀਂ ਕਨੈਕਟਡ ਵੀ ਹਾਂ ਇੱਕ ਦੂਸਰੇ ਦੇ ਨਾਲ, ਇਸ ਪਿਆਰ ਦੇ ਨਾਲ ਅਸੀਂ ਕਨੈਕਟਡ ਵੀ ਹਾਂ। ਲੇਕਿਨ ਇਹ ਪਿਆਰ ਐਂਡ ਪਾਰਟ ਨਹੀਂ ਹੈ। ਪਿਆਰ ਤਾਂ ਇੰਨੀਆਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਹੈ। कोई मिठाई बनानी है, मिठी चीज बनानी है, तो मिठास जरूरी है ਉਹਦੇ ਚ, चाहे मैं मिठास शक्कर दी ले ला, चाहे गुड़ दी ले ला, चाहे चीनी दी ले ला, चाहे मैं किसी ड्राई फ्रूट दी मिठास ले ला, लेकिन जो समग्रियां बाकी ਦੀਆਂ ਚੀਜ਼ਾਂ ਉਹਦੇ ਚ ਪੈਣਗੀਆਂ, ਵੀ ਮਿਠਾਈ बनानी ਪੈਣਗੀ, ਉਹਦੇ ਚ ਹੋਰ ਬਹੁਤ ਚੀਜ਼ਾਂ ਵੀ ਪੈਣੀਆਂ ਨੇ, ਕਿਉਂਕਿ ਇਸ ਮਿਠਾਸ ਨੂੰ ਮੈਂ ਐਕਸਪਲੋਰ ਕਰਨਾ ਚਾਹ ਰਹੀ ਹਾਂ अलग अलग चीजों के नाल। कदी मैं बर्फी बना रही हाँ, कदी मैं लड्डू बना रही हाँ, कदी मैं ना बेसन बना के, तो एक मिठास नू अनुभव करने लई असीं कितनी सारिया चीज़ां बना लैंदे हां, है ना। कितनियां मिठाइयां अज भी 36 पकवान, कहते ने ना, हाँ जी, 36 पकवान, है ना, किन्ने किन्ने। और असीं हुण एक हैगी साडे इत्थे एक ग्रुप हैगे ने स्वामी नारायण वाले, वो 300 400 चीज़ां मिठे दियां, नमकीन दियां, अलग अलग, यानी एक्सप्रेशंस ऑफ लव, परमात्मा दे जेड़ा प्रेम है इसनू प्रदर्शित करन दे अलग अलग एक्सप्रेशन, अलग अलग अभिव्यक्ति दे अलग अलग ढंग केड़े केड़े हो सकते ने, उसनू एक्सप्रेस करना, ईश्वरीय गुणां नू एक्सप्रेस करना। इसे तरीके दे नाल अगर मैं ईश्वरीय प्रेम नू एक्सप्रेस करना है, ईश्वरीय सिंगल गुण है, लेकिन इस सिंगल गुण दे नाल होर बहुत सारिया चीज़ां ने अभिव्यक्ति दियां जिहड़ियां अभिव्यक्त हो रही ने, जिहदे च कुछ गुण असीं निकले ने। और अज जिहड़ी असीं सवेरे एक क्लास कर रहे सी ते उहदे विच्चों उन्हां ने बहुत सोहना दस्सिया कि हाले भी एक्सप्रेशनस खत्म नहीं होए, हाले भी बहुत कुछ है जिहड़ा प्रगट होना चाहता है इस धरती दे उत्तों। असी लोगों की जिहड़ी शक्ति है वो घट पै रही है, असी लोग देख नहीं पा रहे। साडे अंदर देखने की ताकत है, साडे अंदर अवेयरनेस की ताकत है, साडे अंदर होश है, साडे अंदर और जागृति है। असी जितने ज्यादा जागते जावांगे उतने ज्यादा तो ज्यादा उस ईश्वर के नजदीक हुंदे चले जावांगे। उस सिंगल थॉट के नाल, जिस ब्लूप्रिंट के नाल, जिस सिंगल थॉट के नाल ईश्वर ने सारी कायनात की रचना की है, उसते जितने नजदीक जाते जावांगे उतनी ज्यादा अवेयरनेस साडी वधदी जाएगी, उतने ज्यादा गुणां दे प्रति, ईश्वर दे गुण इस सृष्टि दे विच हुंदे जाणगे। तो अज उन्होंने जिहड़ी एक खास गल कीती सी कि आशा दा जिहड़ा गुण है, होप दा जिहड़ा गुण है, इस सेंचुरी ने, इस जिहड़ी असी जिस एज दे विच हां, इस सेंचुरी दे लोगां ने अकाल पुरख नूं गिफ्ट किया है। यानी यह प्रगट हुण प्रगट दे विच आया कि इतने दुख होने के बावजूद भी उम्मीद दा असीं सांस नहीं छोड़ते, चलो कोई गल नहीं, बाबा जी है फिर कर लेंगे, बाबा जी है फिर कर लेंगे। यानी जितनी ज्यादा साडी अवेयरनेस वधदी चली जाएगी, असी उस ईश्वरीय प्रेम के प्रति जो एक्सप्लोर होना चाहता है, खुद अपनी अभिव्यक्ति करना चाहता है साडे द्वारा, इस इंसान के द्वारा, असी उतने ज्यादा जागरूक होंदे जावांगे। तो अवेयरनेस जो है, कॉन्शियसनेस जो है, एक बहुत वास्ट सब्जेक्ट है। जितनी ज्यादा साडी होश गहरी होंदी जाएगी, खन्नियों तिखी वालों निक्की, जितनी ज्यादा असी अवेयर इस लव एनर्जी के प्रति होंदे जावांगे, उतने ज्यादा असी ईश्वर के नजदीक होंदे जावांगे। ताही तो फिर गुरु साहब कह सके, गगन में थाल रवि चंद दीपक बने, तार का मंडल जनक मोती, धूप मल आन लो पवन चवरो करे, सकल बन राय फुलंती, कैसी आरती होए पौखंडना। यानी उस प्रेम नू अभिव्यक्त करने का तरीका पूरी सृष्टि नू ही उन्होंने बना दिता, गगन नू ही बना दिता, थाल बना दिता, सानू पता आरती दियां सारियां चीज़ां। और एक्सप्रेस जो परमात्मा साडे द्वारा जो एक्सप्रेस करना चाहता है, एक अज जो मैं सवेरे इस टॉपिक नू लैके सोच रही सी भी इस टॉपिक नू किद्दां एक्सप्लेन करांगे असी। हालांकि मैं जिहड़ा कल दा टॉपिक है उसके प्रति सोच रही सी, फिर यह टॉपिक भी आ गया। तो जदों अरदास की तो तुरंत जिहड़ा एक मारू महला पहला 1037 शब्द दे उत्ते
पेज दे उत्ते ਜਾਂ अंग दे उत्ते ਜਿਹੜਾ ਆਇਆ ਉਹ ਸੀਗਾ ਕਿ ਕੁਦਰਤ ਉਹਦੇ ਚ ਕਿਸ ਤਰ੍ਹਾਂ ਆਪਣੇ ਆਪ ਨੂੰ ਐਕਸਪ੍ਰੈਸ ਕਰੀ ਜਾ ਰਿਹਾ ਪਰਮਾਤਮਾ ਉਸ ਪ੍ਰੇਮ ਦੇ ਵਿੱਚੋਂ। ਇਹਦੇ ਚ ਉਹਨਾਂ ਨੇ ਜਿਹਨੂੰ ਅਸੀਂ ਯੂਨੀਫਾਈਡ ਫੀਲਡ ਕਹਿ ਰਹੇ ਹਾਂ, ਇਹਦੇ ਚ ਉਹਨਾਂ ਨੇ ਸੁੰਨ ਕਿਹਾ ਹੈਗਾ, ਯਾਨੀ ਸ਼ੂਨਯਤਾ। ਉਹ ਸ਼ੂਨਯਤਾ ਦੇ ਵਿੱਚੋਂ ਅਕਾਲ ਪੁਰਖ ਹੋ ਰਿਹਾ। ਉਹ ਕਹਿ ਰਿਹਾ ਸੁੰਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਦੇਖੇ, ਸੁਨੋ ਸੁਨ ਉਪਾਏ ਦਾ। ਉਸਨੇ ਸ਼ੂਨਯਤਾ ਦੇ ਵਿੱਚੋਂ, ਪ੍ਰੇਮ ਦੇ ਵਿੱਚੋਂ ਹੀ ਪ੍ਰੇਮ ਨੂੰ ਉਤਪੰਨ ਕਰੀ ਜਾ ਰਿਹਾ। ਹੁਣ ਪ੍ਰੇਮ ਦੇ ਵਿੱਚੋਂ ਪ੍ਰੇਮ ਕਿਸ ਤਰ੍ਹਾਂ ਉਤਪੰਨ ਹੋਈ ਜਾਏਗਾ? ਅਲੱਗ ਅਲੱਗ ਐਕਸਪ੍ਰੈਸ਼ਨ, ਕਦੀ ਸ਼ਮਾ ਦੇ ਰੂਪ ਵਿੱਚ, ਕਦੀ ਦਇਆ ਦੇ ਰੂਪ ਵਿੱਚ, ਕਦੀ ਕਰੁਣਾ ਦੇ ਰੂਪ ਵਿੱਚ, ਕਦੀ ਨॉन ਜਜਮੈਂਟਲ ਦੇ ਰੂਪ ਵਿੱਚ, ਕਦੀ ਵਿਨਮਰਤਾ ਦੇ ਰੂਪ ਵਿੱਚ, ਕਦੀ ਜਿੰਨੇ ਵੀ ਅਸੀਂ ਈਸ਼ਵਰ ਦੀ ਕੁਆਲਿਟੀਜ਼ ਨੂੰ ਡਿਸਕਸ ਕਰਦੇ ਆ ਰਹੇ, ਕਦੀ ਪ੍ਰਕਾਸ਼ ਦੇ ਰੂਪ ਵਿੱਚ। ਯਾਨੀ ਨੌਲੇਜ ਮਿਲਦੀ ਜਾ ਰਹੀ ਹੈ ਤਾਂ ਨੌਲੇਜ ਸਾਡਾ ਦਾਇਰਾ, ਵਿਜ਼ਡਮ ਜਿਹੜੀ ਹੈ ਸਾਡੀ ਪ੍ਰਗਿਆ ਜਿਹੜੀ ਅੰਦਰ ਦੀ ਜਾਗਦੀ ਜਾ ਰਹੀ ਹੈ, ਦੈਟ ਇਜ਼ ਲਾਈਟ। ਇਹ ਕੋਈ ਰੋਸ਼ਨੀ ਨਹੀਂ ਹੈ ਕਿ ਸਾਡੇ ਕੋਲ ਕੋਈ 1000 ਵਾਟ ਦਾ ਕੇ ਬਲਬ ਜਲਾ ਦੇਗਾ। ਸਾਡੇ ਅੰਦਰ ਜਿਹੜੀ ਵਿਜ਼ਡਮ ਹੈ, ਜਿਹੜੀ ਬੁੱਧੀ ਹੈ, ਉਹ ਬੁੱਧੀ ਤੋਂ ਪਹਿਲੇ ਵਿਵੇਕ ਜਾਗਰਤ ਹੋਏਗਾ, ਵਿਵੇਕ ਤੋਂ ਬਾਅਦ ਪ੍ਰਗਿਆ ਜਾਗਰਤ ਹੋਏਗੀ, ਔਰ ਜਦੋਂ ਪ੍ਰਗਿਆ ਜਾਗਰਤ ਹੋਏਗੀ ਤਾਂ ਸਾਨੂੰ ਸਾਰਾ ਕੁਝ ਸਾਫ਼ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ। ਫਿਰ ਕਹਿੰਦੇ ਨੇ ਪੌਣ ਪਾਣੀ ਸੁਣੇ ਤੇ ਸਾਜੇ, ਸ੍ਰਿਸ਼ਟ ਉਪਾਈ ਕਾਇਆ ਗੜ ਰਾਜੇ। ਹੁਣ ਦੇਖੋ ਉਸ ਸ਼ੂन्य ਤੋਂ ਕੀ ਕੁਝ ਪਰਮਾਤਮਾ ਕਰੀ ਜਾ ਰਿਹਾ ਹੈ, ਬਣਾਈ ਜਾ ਰਿਹਾ ਹੈ। ਅਗਨ ਅਗਨ ਪਾਣੀ ਜਿਉ ਜੋਤ ਤੁਮਾਰੀ, ਸੁਨਨੇ ਕਲਾ ਰਹਾਇੰਦਾ, ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਸੁਨਨੇ ਵਰਤੇ ਜੁਗ ਸਭਾਏ, ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਏ ਪਰਮ ਚੁਕਾਈ ਦਾ। ਹੁਣ ਉਹ ਕਹਿੰਦੇ ਨੇ ਇਸ ਸ਼ੂन्य ਦੇ ਵਿੱਚੋਂ, ਯਾਨੀ ਉਸ ਪ੍ਰੇਮ ਦੀ એનર્ਜੀ ਦੇ ਵਿੱਚੋਂ ਹੀ ਬ੍ਰਹਮਾ ਨੂੰ ਵੀ ਉਤਪੰਨ ਕਰ ਦਿੱਤਾ ਉਹਨਾਂ ਨੇ, ਵਿਸ਼ਨੂੰ ਨੂੰ ਵੀ ਉਤਪੰਨ ਕਰ ਦਿੱਤਾ ਉਹਨਾਂ ਨੇ, ਔਰ ਮਹੇਸ਼ ਯਾਨੀ ਇੱਕ ਚੀਜ਼ ਨੂੰ ਬਣਾ ਰਿਹਾ ਹੈ, ਇੱਕ ਡਿਸਟਰੋਏ ਕਰ ਰਿਹਾ ਹੈ, ਔਰ ਇੱਕ ਉਸਦੀ ਪਾਲਣਾ ਕਰ ਰਿਹਾ ਹੈ। ਯਾਨੀ ਸਾਰੀਆਂ ਚੀਜ਼ਾਂ ਉਹਦੇ ਨਾਲ ਹੋਈ ਜਾ ਪ੍ਰੇਮ ਦੇ ਵਿੱਚ, ਸਭ ਚੀਜ਼ਾਂ, ਡਿਸਟਰਕਸ਼ਨ ਵੀ ਪ੍ਰੇਮ ਦੇ ਵਿੱਚ ਹੋ ਰਹੀ ਹੈ, ਪਾਲਣਾ ਵੀ ਪ੍ਰੇਮ ਦੇ ਵਿੱਚ ਹੋ ਰਹੀ ਹੈ, ਔਰ ਉਤਪत्ति ਵੀ ਉਸੇ ਪ੍ਰੇਮ ਦੇ ਵਿੱਚੋਂ ਚੀਜ਼ਾਂ ਹੋਈ ਜਾ ਰਹੀਆਂ ਨੇ, ਉਸ ਪ੍ਰੇਮ ਦੇ ਵਿੱਚ। ਫਿਰ ਅੱਗੋਂ ਕਹਿ ਦਿੱਤਾ ਇਸ ਪਦ ਨੂੰ ਜੋ ਵਿਚਾਰੇਗਾ, ਇਸ ਪਦ ਦੀ, ਇਸ ਚੀਜ਼ ਦੇ ਉੱਤੇ ਜੋ ਮਨਨ ਕਰੇਗਾ, ਇਹ ਤਾਂ ਮੈਂ ਸਿੰਗਲ ਲਾਈਨ ਖੋਲੀ ਹੈ, ਜਦੋਂ ਅਸੀਂ ਗਹਿਰਾਈ ਦੇ ਵਿੱਚ ਜਾਵਾਂਗੇ ਤੇ ਸਮਝ ਆਏਗਾ ਕਿ ਹਰ ਚੀਜ਼ ਨੂੰ, ਹਰ ਚੀਜ਼ ਦੇ ਵਿੱਚ ਜਦੋਂ ਮੈਂ ਈਸ਼ਵਰ ਦੇ ਇਹ ਗੁਣ ਦੇਖਣੇ ਸ਼ੁਰੂ ਕਰਾਂਗੀ ਤੇ ਜਿਹੜਾ ਪਰਮ ਦਾ ਪਰਦਾ ਹੈ ਉਹ ਆਟੋਮੈਟਿਕਲੀ ਚੁੱਕਦਾ ਜਾਏਗਾ ਕਿ ਇਹ ਪੱਥਰ ਹੈ ਔਰ ਮੈਂ ਨਹੀਂ ਹਾਂ। ਜਗਦੀਸ਼ ਚੰਦਰ ਬੋਸ ਇੱਕ ਬੰਗਾਲੀ ਸਾਇੰਟਿਸਟ ਹੋਏ ਨੇ, ਉਹਨਾਂ ਦੀ ਮੈਂ ਇੱਕ ਟਾਈਮ ਪੜ੍ਹੀ ਸੀ ਕਿ ਉਹਨਾਂ ਨੇ ਬਹੁਤ ਅੱਛੀ ਚੀਜ਼ ਦੀ ਕੀਤੀ ਕਿ ਜਦੋਂ ਉਹਨਾਂ ਨੇ ਬਰਤਨਾਂ ਨੂੰ ਦੇਖਿਆ, ਰਿਸਰਚ ਕੀਤੀ ਕਿ ਜਦੋਂ ਬਰਤਨਾਂ ਨੂੰ ਉਹਨਾਂ ਨੇ ਗੈਸ ਦੇ ਉੱਪਰ ਰੱਖਿਆ, ਕਹਿੰਦੇ ਨੇ ਕਿ ਜਦੋਂ ਇੱਕ ਲੇਡੀ ਕਿਚਨ ਦੇ ਵਿੱਚ ਜਾਂਦੀ ਹੈ ਔਰ ਬਰਤਨਾਂ ਨੂੰ ਛੂੰਹਦੀ ਹੈ, ਔਰ ਇੰਨੇ ਬਰਤਨਾਂ ਦੇ ਵਿੱਚੋਂ ਜਦੋਂ ਉਸਨੇ ਕੜਾਈ ਨੂੰ ਚੁੱਕਿਆ ਤਾਂ ਬਰਤਨ ਥੋੜਾ ਜਿਹਾ ਸਿੱਕੜ ਗਿਆ, ਕਿ ਉਹਨੂੰ ਹੁਣ ਸਮਝ ਆ ਗਿਆ ਕਿ ਹੁਣ ਮੈਨੂੰ ਅੱਗ ਦੇ ਉੱਤੇ ਰੱਖਿਆ ਜਾਏਗਾ, ਹੈ ਨਾ, ਕਿ ਮੇਰੇ ਨਾਲ ਹੁਣ ਕੁਝ ਯੂਜ਼ ਕੀਤਾ ਜਾਏਗਾ ਮੈਨੂੰ। ਉਹ ਬਰਤਨ ਕਹਿੰਦੇ ਨੇ ਥੋੜਾ ਜਿਹਾ ਉਹਨਾਂ ਨੇ ਪ੍ਰੂਵ ਕੀਤਾ ਸੀ ਇਸ ਚੀਜ਼ ਨੂੰ, ਉਹ ਸਿੱਕੜ ਗਿਆ ਬਰਤਨ। ਫਿਰ ਕਹਿੰਦੇ ਨੇ ਜਦੋਂ ਉਹਨੂੰ ਚੁੱਲ੍ਹੇ ਦੇ ਉੱਤੇ ਰੱਖਿਆ ਤੇ ਉਹਨਾਂ ਨੇ ਸਾਇੰਸ ਨਾਲ ਪ੍ਰੂਵ ਕਰਕੇ ਦਿਖਾਇਆ ਕਿ ਉਸਦੇ ਜਿਹੜੇ ਅੰਦਰ ਦੇ ਐਟਮਸ ਵਗੈਰਾ ਸੀ ਉਹ ਸਿੱਕੜ ਗਏ। ਯਾਨੀ ਉਹਨਾਂ ਨੂੰ ਫੀਲ ਹੋਇਆ ਆਪਣੇ ਤਰੀਕੇ ਦੇ ਨਾਲ ਕਿ ਬਰਤਨ ਨੂੰ ਅੱਗ ਦੇ ਉੱਤੇ ਰੱਖਣ ਦਾ ਦੁੱਖ ਹੋਇਆ, ਫੀਲ ਹੋਇਆ, ਉਹ ਸਿੱਕੜ ਗਿਆ। ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾਉਂਦੇ ਹਾਂ ਅੱਗ ਦੇ ਕੋਲੋਂ, ਬਰਤਨ ਨੇ ਵੀ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਨੂੰ ਅੱਗ ਦੇ ਉੱਤੇ ਚਲਾਇਆ ਜਾ ਰਿਹਾ, ਔਰ ਜਦੋਂ ਉਹਨੂੰ ਚੁਣਿਆ ਗਿਆ ਉਦੋਂ ਵੀ ਉਹਨੇ ਫੀਲ ਕੀਤਾ, ਜਦੋਂ ਅੱਗ ਦੇ ਉੱਤੇ ਚਲਾਇਆ ਗਿਆ ਉਦੋਂ ਵੀ ਫੀਲ ਕੀਤਾ। ਲੇਕਿਨ ਉਹ ਸਾਇੰਟਿਸਟ ਸੀਗੇ, ਉਹ ਇਸ ਚੀਜ਼ ਨੂੰ ਸਮਝ ਸਕੇ। ਅਸੀਂ ਲੋਕ ਤਾਂ ਨਹੀਂ ਸਮਝਦੇ ਇਸ ਚੀਜ਼ ਨੂੰ। ਅਸੀਂ ਲੋਕਾਂ ਨੂੰ ਤਾਂ ਸਾਨੂੰ ਤਾਂ ਲੱਗਦਾ ਭਾਂਡਾ ਥੱਲੇ ਡਿੱਗ ਵੀ ਗਿਆ ਤੇ ਕੋਈ ਗੱਲ ਨਹੀਂ, ਡਿੱਗ ਵੀ ਜਾਂਦਾ ਤਾਂ ਅਸੀਂ ਪੈਰ ਨਾਲ ਪੱਥਰ ਮਾਰ ਕੇ, ਪੈਰ ਮਾਰ ਕੇ, ਠੋਡਾ ਮਾਰ ਕੇ ਉੱਧਰ ਚੱਲਦੇ ਹਾਂ, ਦਰਵਾਜ਼ੇ ਨੂੰ ਠਾ ਜੋੜ ਦੀ ਬੰਦ ਕਰ ਦਿੰਦੇ ਹਾਂ, ਚੀਜ਼ਾਂ ਨੂੰ ਜੋੜ ਜੋੜ ਦੀ ਪਟਕ ਦਿੰਦੇ ਹਾਂ। ਔਰ ਸਾਨੂੰ ਬਚਪਨ ਤੋਂ ਸਾਨੂੰ ਇਹ ਸਿਖਾਇਆ ਜਾਂਦਾ ਸੀ ਕਿ ਕਿਤਾਬ ਹੈ, ਇਹਦੇ ਅੰਦਰ ਸਰਸਵਤੀ ਮਾਂ ਹੈ, ਇਹਨੂੰ ਅਸੀਂ ਗਿਰ ਜਾਏਗੀ ਤੇ ਪਿਆਰ ਕਰਨਾ ਹੈ। ਲੇਕਿਨ ਜਿਸ ਤਰ੍ਹਾਂ ਅਵੇਅਰਨੈਸ ਵੱਧਦੀ ਚਲੀ ਜਾ ਰਹੀ ਹੈ, ਇਹ ਹੋਸ਼, ਇਹ ਸਾਰੇ ਗੁਣ ਜਿਸ ਗੁਣਾਂ ਦੀ ਅਸੀਂ ਗੱਲ ਕਰਕੇ ਆਏ ਹਾਂ, ਇਹ ਸਾਰੇ ਗੁਣ ਹਰ ਇੱਕ ਦੇ ਅੰਦਰ ਨੇ, ਹਰ ਚੀਜ਼ ਦੇ ਅੰਦਰ ਜੋ ਵੀ ਈਸ਼ਵਰ ਨੇ ਆਪਣੇ ਪ੍ਰੇਮ ਦੇ ਵਿੱਚ ਉਤਪੰਨ ਕੀਤੀ ਹੈ, ਕਿਉਂਕਿ ਈਸ਼ਵਰ ਆਪਣੇ ਪ੍ਰੇਮ ਨੂੰ ਹੀ ਅਭਿਵਿਅਕਤੀ ਕਰਨਾ ਚਾਹ ਰਿਹਾ ਹੈ, ਆਪਣੇ ਪ੍ਰੇਮ ਨੂੰ ਹੋਰ ਜ਼ਿਆਦਾ, ਆਪਣੇ ਪ੍ਰੇਮ ਦੇ ਬਾਰੇ ਹੋਰ ਜ਼ਿਆਦਾ ਤੋਂ ਜ਼ਿਆਦਾ, ਹੋਰ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹ ਰਿਹਾ ਹੈ। ਇਸ ਪ੍ਰੇਮ ਦੇ ਨਾਲ ਹੋਰ ਕੀ ਚੀਜ਼ ਕ੍ਰੀਏਟ ਹੋ ਸਕਦੀ ਹੈ। ਫਿਰ ਕਹਿੰਦੇ ਨੇ ਸੁਨੋ ਸਪਤ ਸਰੋਵਰ ਥਾਪੇ, ਜਿੰਨੀ ਸਾਜ ਵਿਚਾਰੇ, ਜਿੰਨੀ ਸਾਜੇ ਵਿਚਾਰੇ ਆਪੇ। ਜਿੰਨੇ ਸਾਜਿਆ ਹੈ ਉਸ ਦੇ ਬਾਰੇ ਵਿਚਾਰ ਵੀ ਉਹ ਆਪੇ ਹੀ ਕਰ ਰਿਹਾ ਹੈ।
तित सर मनुआ गुरमुख नावे फिर बहुड़ जोनी ना पाइंदा। ਇਹ ਪੂਰਾ ਦਾ ਪੂਰਾ ਸ਼ਬਦ ਇਸੇ ਨਾਲ ਹੀ ਰਿਲੇਟਡ ਹੈ ਕਿ ਕਿਸ ਤਰ੍ਹਾਂ ਗੋਡ ਪਰਮਾਤਮਾ ਉਸ ਸ਼ੂਨਯ ਦੇ ਵਿੱਚੋਂ, ਉਸ ਜਿਸ ਨੂੰ ਯੂਨੀਫਾਈਡ ਫੀਲਡ ਅੱਜ ਦੀ ਸਾਇੰਸ ਕਹਿ ਰਹੀ ਹੈ, ਉਸ ਦੇ ਵਿੱਚੋਂ ਉਸਨੇ ਕਿਤਨਾ ਇਸ ਈਸ਼ਵਰ ਨੂੰ, ਇਸ ਅਕਾਲ ਪੁਰਖ ਨੇ ਉਸ ਪ੍ਰੇਮ ਦੇ ਵਿੱਚੋਂ ਕਿਤਨੀਆਂ ਚੀਜ਼ਾਂ ਬਣਾਈ ਜਾ ਰਿਹਾ ਹੈ, ਕਿਤਨੀ ਸ੍ਰਿਸ਼ਟੀ ਹੋ ਰਹੀ ਹੈ। ਇਹ ਉਸਦਾ ਪ੍ਰੇਮ ਹੀ ਹੈ। ਸਾਡਾ ਈਸ਼ਵਰ ਦਾ ਪ੍ਰੇਮ ਸਾਡੇ ਦੁਆਰਾ ਐਕਸਪ੍ਰੈਸ ਹੋਣਾ ਚਾਹ ਰਿਹਾ ਹੈ। अलग अलग रूप प्रेम दे अलग अलग रूप अलग अलग गुण दे विच एक्सप्रेस होना चाह रहे ने। इस लिए साडा घर्षण चल रहा है ताकि परमात्मा दे इस प्रेम दा एक अलग रूप साडे सामने आ जाए। आई होप टॉपिक थोड़ा जिन्ना डिफिकल्ट सेगा, आई होप मैं एक्सप्लेन कर दिता है। मंत्रित, इज इट क्लियर? मंत्रित, यस मैम, आर यू देयर? यस मैम, क्लियर है कि हाँ परमात्मा उस प्रेम दा एक्सप्रेशन है, अपने प्रेम नु एक्सप्रेस करना चाहता है और उहदे नाल अलग अलग क्वालिटीज ने जड़ियां उस एक्सप्रेस होना चाह रही ने प्रेम दे नाल। प्रेम एक ओके, फिर असीं ध्यान दी तरफ जाने हैं। ध्यान लई जान लई जिस तरह सानू पता है, असीं सिंपल अखां बंद करांगे, ध्यान श्वास दे उत्ते, मन बिल्कुल शांत, ध्यान लॉक लगावांगे, अखां बंद कर लांगे। चश्मा है तो चश्मे नूं उतार देंगे। पानी थोड़ा जिहा जरूर पियांगे। उंगलियां नूं उंगलियां दे विच फसा लांगे। सुखासन दे विच बैठ जावांगे। अगर असी सुखासन दे विच नहीं बैठ सकते तो लत्तां दे उत्ते क्रॉस कर लांगे, लत्त दे उपर लत्त रख लांगे। अगर असी सोफे या कुर्सी दे उत्ते बैठे हैं तो कोई सोच नहीं, कोई विचार नहीं। मन शांत। परमात्मा ने अपने प्रेम दे नाल इस सृष्टि नूं उत्पन्न किया है। और नाल यह भी कह दिता, जो तो प्रेम खिलन का चाओ, सिर धर तली गली मोरियाओ। मन शांत। ब्रीद इन, ब्रीद आउट, ब्रीद इन, ब्रीद आउट। इस मार्ग पैर धरीजे, सिर दीजे, कान न कीजे। ना कोई सोच, ना कोई विचार। सुन कला अपरंपर तारी, आप निरालम अपर अपारी। आपे कुदरत कर कर देखे, सुनो सुन उपायंदा।
फरीदा खालक खलक में, खलक वसे रब माही, मंदा किसनू आखिए, जा सब में वसे खुदाए। दर तेरा केहा सो कर केहा, जित बह सर्व समाले, वाजे तेरे नाद अनेक असंखा, केते तेरे वावण हारे। केते तेरे राग परी क्यों कहिए, केते तेरे गावण हारे। बलिहारी कुदरत वस्या, तेरा अंत न जाई लखिया।
कर कर देखे कीता आपना, ज्यों तिस दी वड्याई। जो तिस भावै सोई करसी, तेरे हुक्म न करना जाए। केते पवन पानी वह संतर, केते कान महेश, केते बर में काढ़त कड़िए, रूप रंग के वेश। केतियां खाणी केतियां बाणी, केते पात नरिंद, केतियां सुरती सेवक केते, नानक अंत न अंत। कारण केते बिल लाहें, ताके अंत न पाए जाहें। एहे अंत न जाने कोय, बहुता कहिए बहुता होए। वड्डा साहिब
ऊंचा ठाव, ऊंचे ऊपर, ऊंचा नाव, एवढ ऊंचा होवे कोई, तिस ऊंचे को जाने सोए। एवढ ऊंचा होवे कोई, तिस ऊंचे को जाने सोए। आखा जीवा विसरे मर जाऊं, आखन औखा साचा नाम। Last 3 minutes, masters. पै किया देह सलाइयां, नैनी पाव का कर सिंगारो। मन शांत, धीरे धीरे ध्यान नूं समेटांगे। हाथ और पैर थोड़े जे हिलावांगे, हत्थां दी उंगलियां, पैरां दी उंगलियां। Just be aware of your body. दोनों हत्थां नूं
ਅੱਖਾਂ ਦੇ ਉੱਤੇ ਰੱਖਾਂਗੇ। ਪਰਮਾਤਮਾ ਦੀ એનર્ਜੀ ਨੂੰ, ਉਸਦੇ ਲਵ ਦੇ, ਉਸਦੇ ਪਿਆਰ ਦੇ ਜਿਹੜੇ ਅਲੱਗ-ਅਲੱਗ ਐਕਸਪ੍ਰੈਸ਼ਨਸ ਨੇ, ਅਲੱਗ-ਅਲੱਗ ਅਭਿਵਿਅਕਤੀ ਹੈ, ਅਲੱਗ-ਅਲੱਗ ਗੁਣਾਂ ਦੇ ਰੂਪ ਵਿੱਚ ਉਸਦੀ ਪਿਆਰ ਦੀ ਅਭਿਵਿਅਕਤੀ ਨੂੰ ਦੇਖਾਂਗੇ, ਮਹਿਸੂਸ ਕਰਾਂਗੇ। 5 4 3 2 1 and 0। ਦੋਨਾਂ ਹੱਥਾਂ ਦੇ ਵਿੱਚ ਆਪਣੀਆਂ ਅੱਖਾਂ ਨੂੰ ਧੀਰੇ ਧੀਰੇ ਖੋਲਾਂਗੇ, ਆਪਣਾ ਸਮੇਂ ਲੈਂਦੇ ਹੋਏ ਧਿਆਨ ਤੋਂ ਬਾਹਰ ਆਵਾਂਗੇ। ਥੈਂਕ ਯੂ ਮਾਸਟਰਸ, ਸੇਵਾ ਦਾ ਮੌਕਾ ਦਿੱਤਾ। ਤੁਹਾਡੇ ਸਾਰਿਆਂ ਦਾ ਬਹੁਤ 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 ਤਹਿ ਦਿਲ ਤੋਂ ਧੰਨਵਾਦ। ਉਸ ਅਕਾਲ ਪੁਰਖ ਦਾ ਧੰਨਵਾਦ ਜਿਸਨੇ ਸੇਵਾ ਕਰਨ ਦਾ ਮੌਕਾ ਦਿੱਤਾ। Really, I mean it. Thank you, thank you, thank you for being in my life. Thank you, ma'am. Thank you for this wonderful session. Thank you, thank you.